ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। 6 ਵਜੇ ਦੀਆਂ 6 ਵੱਡੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ। ਪਹਿਲਾਂ ਇੱਕ ਵੱਡੀ ਖਬਰ ਪੰਜਾਬ ਦੇ ਚੀਫ ਸੈਕਟਰੀ ਨਾਲ ਜੁੜੀ ਹੋਈ ਬ੍ਰੇਕਿੰਗ ਨੰਬਰ 6 ਨਿਊਜ਼ 18 ਤੇ ਵੀਕੇ ਜੰਜੂਆ ਜਿਹੜੇ ਪੰਜਾਬ ਦੇ ਚੀਫ ਸੈਕਟਰੀ ਨੇ ਉਹਨਾਂ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਔਰ ਪਟੀਸ਼ਨ ਕਰਤਾ ਤੇ ਹੀ ਇਲਜ਼ਾਮ ਲਾਏ ਨੇ। ਉਹਨਾਂ ਨੇ ਕਿਹਾ ਹੈ ਕਿ ਪਟੀਸ਼ਨ ਕਰਤਾ ਖੁਦ ਹੀ ਜਾਲਸਾਜ਼ੀ ਦੇ ਇਲਜ਼ਾਮਾਂ 'ਚ ਘਿਰਿਆ ਹੋਇਆ ਹੈ ਔਰ ਮੇਰੇ ਖਿਲਾਫ ਝੂਠੇ ਸਬੂਤ ਪੇਸ਼ ਕੀਤੇ ਗਏ ਨੇ। ਵੀਕੇ ਜੰਜੂਆ ਪੰਜਾਬ ਦੇ ਚੀਫ ਸੈਕਟਰੀ ਉਹਨਾਂ ਨੇ ਸ਼ਿਕਾਇਤਕਰਤਾ ਤੇ ਹੀ ਸਵਾਲ ਚੱਕੇ ਨੇ। ਤੁਲਸੀ ਰਾਮ ਮਿਸ਼ਰਾ ਜਿਸ ਦਾ ਨਾਮ ਹੈ ਔਰ ਉਸ ਤੇ ਹੀ ਉਹਨਾਂ ਨੇ ਕਿਹਾ ਹੈ ਕਿ ਖੁਦ ਕਈ ਗੰਭੀਰ ਇਲਜ਼ਾਮ ਨੇ ਔਰ ਉਹ ਖੁਦ ਜਾਲਸਾਜ਼ੀ ਦੇ ਇਲਜ਼ਾਮਾਂ 'ਚ ਘਿਰਿਆ ਹੋਇਆ ਹੈ। ਵੀਕੇ ਜੰਜੂਆ ਨੇ ਕਿਹਾ ਕਿ ਮੇਰੇ ਖਿਲਾਫ ਝੂਠੇ ਸਬੂਤ ਅਦਾਲਤ ਦੇ ਵਿੱਚ ਪੇਸ਼ ਕੀਤੇ ਗਏ ਨੇ। ਉਹਨਾਂ ਕਿਹਾ ਕਿ ਮੇਰੇ ਖਿਲਾਫ ਹੇਠਲੀ ਅਦਾਲਤ ਦੇ ਵਿੱਚ ਕੋਈ ਕੇਸ ਨਹੀਂ ਹੈ ਔਰ ਮੇਰੇ ਤੇ ਦਬਾਅ ਪਾਉਣ ਦੇ ਲਈ ਇਹ ਪਟੀਸ਼ਨ ਪਾਈ ਗਈ ਹੈ। ਜੰਜੂਆ ਦੇ ਬਤੌਰ ਮੁੱਖ ਸਕੱਤਰ ਤੈਨਾਤੀ ਨੂੰ ਦੱਸ ਦਈਏ ਕਿ ਚੁਣੌਤੀ ਦਿੱਤੀ ਗਈ ਹੈ ਔਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਤੇ ਸੁਣਵਾਈ ਹੋਈ ਹੈ। ਸੋ ਵੀਕੇ ਜੰਜੂਆ ਨੇ ਸ਼ਿਕਾਇਤਕਰਤਾ ਤੇ ਸਵਾਲ ਚੱਕੇ ਨੇ। ਉਹਨਾਂ ਨੇ ਕਿਹਾ ਹੈ ਕਿ ਪਹਿਲੀ ਨਜ਼ਰੇ ਮਿਸ਼ਰਾ ਤੇ ਇਹ ਕੇਸ ਬਣਦੇ ਨੇ। ਜੱਜ ਨੇ ਆਈਪੀਸੀ ਦੀਆਂ ਧਾਰਾਵਾਂ ਦਾ ਹਵਾਲਾ ਦਿੱਤਾ ਹੈ। 120 ਅਪਰਾਧਿਕ ਸਾਜ਼ਿਸ਼, 186 ਸਰਕਾਰੀ ਕੰਮ 'ਚ ਵਿਘਨ ਪਾਉਣਾ, 195 ਮਨਘੜੰਤ ਸਬੂਤ ਪੇਸ਼ ਕਰਨਾ, 211 ਗਲਤ ਚਾਰਜ ਲਾਉਣਾ, 347 ਉਗਰਾਹੀ ਕਰਨਾ, 353 ਸਰਕਾਰੀ ਮੁਲਾਜ਼ਮ ਨਾਲ ਕੁੱਟਮਾਰ, 355 ਮਾਨਹਾਨੀ, 357 ਜਬਰਨਬੰਦੀ ਬਣਾਉਣਾ, 365 ਕਿਡਨੈਪਿੰਗ, 386 ਡਰਾ ਧਮਕਾ ਕੇ ਪੈਸੇ ਮੰਗਣਾ, 452 ਬਿਨਾਂ ਇਜਾਜ਼ਤ ਕਿਸੇ ਦੀ ਪ੍ਰਾਪਰਟੀ 'ਚ ਵੜਨਾ ਤੇ 500 ਧਾਰਾ ਮਾਨਹਾਨੀ। ਇਹ ਕਿਆ ਹੈ ਕਿ ਇਸ ਤੇ ਇਹ ਕੇਸ ਬਣਦੇ ਨੇ ਪਹਿਲੀ ਨਜ਼ਰੇ ਸ਼ਿਕਾਇਤਕਰਤਾ ਤੇ। ਉਮੇਸ਼ ਸ਼ਰਮਾ ਸਾਡੇ ਸਹਿਯੋਗੀ ਜੁੜੇ ਨੇ ਹੋਰ ਗੱਲਬਾਤ ਦੇ ਲਈ। ਉਮੇਸ਼, ਪੂਰਾ ਇੱਕ ਹੈ ਕੀ ਘਟਨਾਕ੍ਰਮ, ਕਿਸ ਤਰੀਕੇ ਨਾਲ ਪਟੀਸ਼ਨ ਕਰਤਾ ਤੇ ਸਵਾਲ ਚੱਕੇ ਗਏ ਨੇ ਜਾਂ ਉਸ ਵੱਲੋਂ ਜੋ ਪਟੀਸ਼ਨ ਪਾਈ ਗਈ ਹੈ ਚੀਫ ਸੈਕਟਰੀ ਦੇ ਖਿਲਾਫ, ਸੋ ਕੀ ਕੋਰਟ ਦਾ ਘਟਨਾਕ੍ਰਮ ਰਿਹਾ ਹੈ ਸਾਰਾ? ਦੇਖੋ, ਜਿਹੜਾ ਪਟੀਸ਼ਨਰ ਹੈ ਤੁਲਸੀ ਰਾਮ ਵੱਲੋਂ ਜਿਹੜੀ ਪਟੀਸ਼ਨ ਫਾਈਲ ਕੀਤੀ ਗਈ ਹੈ ਉਹ ਮੁੱਖ ਸਕੱਤਰ ਦੀ ਜਿਹੜੀ ਤੈਨਾਤੀ ਹੈ ਉਸ ਦੇ ਖਿਲਾਫ ਫਾਈਲ ਕੀਤੀ ਗਈ ਹੈ ਕਿ ਔਰ ਕਿਹਾ ਗਿਆ ਕਿ ਦਾਗੀ ਅਫਸਰ ਨੇ। ਔਰ ਅੱਜ ਕੋਰਟ ਵਿੱਚ ਸੁਣਵਾਈ ਹੋਈ ਹੈ ਔਰ ਜਸਟਿਸ ਰਾਜ ਮੋਹਨ ਦੀ ਕੋਰਟ ਵਿੱਚ ਸੁਣਵਾਈ ਹੋਈ ਹੈ। ਉਹਦੇ ਵਿੱਚ ਵੀ ਜਸਟਿਸ ਰਾਜ ਮੋਹਨ ਨੇ ਪੁੱਛਿਆ ਕਿ ਕਿਸੇ ਵੀ, ਕਿਉਂਕਿ ਵਿਜੇ ਪ੍ਰੋਸੀਜਰ ਹੁੰਦਾ ਕਿ ਜੇ ਕਿਸੇ ਆਈਏਐਸ ਅਫਸਰ ਦੇ ਖਿਲਾਫ ਕੋਈ ਮਾਮਲਾ ਚਲਾਣਾ ਹੋਏ ਤਾਂ ਸੈਂਟਰ ਤੋਂ ਸੈਂਕਸ਼ਨ ਹੁੰਦੀ ਹੈ। ਲੇਕਿਨ ਇਸ ਮਾਮਲੇ ਵਿੱਚ ਹੋਇਆ ਕਿ ਉਸ ਟਾਈਮ ਦੀ ਸਰਕਾਰ, ਜਦੋਂ ਇਹ ਮਾਮਲਾ ਆਇਆ ਉਸ ਟਾਈਮ ਦੀ ਸਰਕਾਰ ਨੇ ਆਪਣੇ ਪੱਧਰ ਤੇ ਹੀ ਮਾਮਲਾ ਸ਼ੁਰੂ ਕਰਤਾ ਸੀ ਤੇ ਅੱਜ ਕਹਾਣੀ ਸੈਂਕਸ਼ਨ ਤੇ ਆ ਕੇ ਟਿਕੀ ਹੈ। ਔਰ ਕੋਰਟ ਜਿਹੜਾ ਹੈਗਾ, ਕੋਰਟ ਵਿੱਚ ਖੁਦ ਅੱਜ ਜਿਹੜੇ ਨਵੇਂ ਏਜੀ ਨੇ ਵਿਨੋਦ ਕਈ ਉਹ ਪੇਸ਼ ਹੋਏ। ਉਹਨਾਂ ਨੇ ਕਿਹਾ ਕਿ ਇਹ ਜਿਹੜਾ ਮਸਲਾ ਹੈ ਕਿਉਂਕਿ ਇਹ ਪ੍ਰਮੋਸ਼ਨ ਦਾ ਨਹੀਂ ਹੈ, ਇਹ ਟ੍ਰਾਂਸਫਰ ਦਾ ਹੈ। ਵੀ ਪਟੀਸ਼ਨ ਕਰਤਾ ਦਾ ਇਹ ਕਹਿਣਾ ਵੀ ਇਹਨਾਂ ਦੀ ਪ੍ਰਮੋਸ਼ਨ ਹੋ ਗਈ ਹੈ, ਨਹੀਂ, ਇਹ ਟ੍ਰਾਂਸਫਰ ਦਾ ਮਸਲਾ ਹੈ ਔਰ ਅਸੀਂ ਕੋਰਟ ਦੇ ਸਾਹਮਣੇ ਜਿਹੜਾ ਸਾਰਾ ਤੱਥ ਹੈ ਉਹ ਰੱਖਾਂਗੇ। ਹਾਲਾਂਕਿ ਕੋਰਟ ਨੋਟਿਸ ਕਰਨ ਲੱਗਿਆ ਸੀ ਪੰਜਾਬ ਸਰਕਾਰ ਨੂੰ, ਲੇਕਿਨ ਏਜੀ ਵਿਨੋਦ ਕਈ ਨੇ ਕਿਹਾ ਕਿ ਨੋਟਿਸ ਨਹੀਂ ਬਣਦਾ, ਅਸੀਂ ਜਦ ਸਾਰੇ ਤੱਥ ਰੱਖਾਂਗੇ ਕਿਉਂਕਿ ਸੁਣਵਾਈ ਦਾ ਮੌਕਾ ਦਿੱਤਾ ਜਾਵੇ ਔਰ ਕਿਉਂਕਿ ਉਹ ਨਵੇਂ ਏਜੀ ਹੈ ਔਰ ਇਸ ਜਿਹੜਾ ਸਾਰਾ ਮਸਲਾ ਹੈ ਉਹ ਖੁਦ ਕੋਰਟ ਦੇ ਸਾਹਮਣੇ ਰੱਖਾਂਗੇ, ਇਸ ਕਰਕੇ ਨੋਟਿਸ ਨਹੀਂ ਹੋਇਆ। ਅੱਜ 2 ਹਫ਼ਤੇ ਦੇ ਅੰਦਰ ਜਿਹੜੀ ਅਗਲੀ ਤਰੀਕ ਹੈ 2 ਹਫ਼ਤੇ ਬਾਅਦ, ਉਹਦੇ ਵਿੱਚ ਜਿਹੜਾ ਇਸ ਮਾਮਲੇ ਨੂੰ ਲੈ ਕੇ ਜਿਹੜਾ ਰਿਕਾਰਡ ਹੈ ਕਿ ਸੈਂਕਸ਼ਨ ਹੋਇਆ ਸੀ ਜਾਂ ਕਦੋਂ ਹੋਇਆ ਸੀ ਜਾਂ ਲੈਟਰ ਕਦੋਂ ਗਿਆ ਸੀ, ਇੰਨੀ ਕੁ ਗੱਲ ਹੋਈ ਹੈ। ਕੋਰਟ ਨੇ ਸਿਰਫ ਸੈਂਕਸ਼ਨ ਦੇ ਉੱਪਰ ਅੱਜ ਗੱਲ ਕੀਤੀ ਔਰ ਨੋਟਿਸ ਨਹੀਂ ਹੋਇਆ। ਜੀ ਵਿਨੋਦ ਕਈ ਨੇ ਜਦੋਂ ਕਹਿਤਾ ਕਿ ਅਸੀਂ ਰਿਕਾਰਡ ਦੇਣ ਨੂੰ ਤਿਆਰ ਆ ਔਰ ਅਸੀਂ ਦੇਵਾਂਗੇ ਵੀ, ਤਾਂ ਹੁਣ 2 ਹਫ਼ਤੇ ਬਾਅਦ ਰਿਕਾਰਡ ਦੇਣਾ। ਜਿੱਥੇ ਤੱਕ ਮੁੱਖ ਸਕੱਤਰ ਦੀ ਜਿਹੜੀ ਸਫਾਈ ਹੈ ਜਾਂ ਉਹਨਾਂ ਨੇ ਕਿਹਾ ਪਟੀਸ਼ਨ ਕਰਤਾ ਦੇ ਉੱਪਰ ਇਹ ਵੀ ਕਿਹਾ ਵੀ ਦਬਾਅ ਪਾਉਣ ਦੀ ਸਾਰੀ ਇੱਕ ਰਣਨੀਤੀ ਹੈ ਔਰ ਜਿਹੜੀ ਧਾਰਾ ਜ਼ਿਕਰ ਕਰਦੇ ਸੀ ਤੁਸੀਂ ਉਹ ਤਮਾਮ ਇੱਕ ਪਹਿਲੂ ਨੇ ਇਸ ਕੇਸ ਦੇ, ਤਕਨੀਕੀ ਪਹਿਲੂ ਨੇ। ਲੇਕਿਨ ਇੰਨਾ ਜ਼ਰੂਰ ਹੈ ਕੋਰਟ ਨੇ ਸਾਫ਼ ਅੱਜ ਇਹ ਕਹਿਤਾ ਕਿ 2 ਹਫ਼ਤੇ ਬਾਅਦ ਜਿਹੜੀ ਸੁਣਵਾਈ ਹੋਏਗੀ ਉਹਦੇ ਵਿੱਚ ਇਸ ਕੇਸ ਤੋਂ ਰਿਲੇਟਡ, ਯਾਨੀ ਕਿ ਜਿਹੜਾ ਪਟੀਸ਼ਨ ਕਰਤਾ ਦਾ ਇਹ ਕਹਿਣਾ ਵੀ ਇਹ ਅਫਸਰ ਦੀ ਪ੍ਰਮੋਸ਼ਨ ਹੈ, ਕਿਉਂਕਿ ਏਜੀ ਵਿਨੋਦ ਕਈ ਦਾ ਕਹਿਣਾ ਸੀਗਾ ਇਹ ਪ੍ਰਮੋਸ਼ਨ ਨਹੀਂ, ਇਹ ਟ੍ਰਾਂਸਫਰ ਹੈ, ਵੀ ਅਸੀਂ ਟ੍ਰਾਂਸਫਰ ਹੈ। ਤਾਂ ਹੁਣ 2 ਹਫ਼ਤੇ ਬਾਅਦ ਸੁਣਵਾਈ ਹੋਏਗੀ। ਠੀਕ ਹੈ, ਧੰਨਵਾਦ ਉਮੇਸ਼ ਇਸ ਜਾਣਕਾਰੀ ਦੇ ਲਈ। ਤਾਂ 2 ਹਫ਼ਤੇ ਬਾਅਦ ਦੁਬਾਰਾ ਸੁਣਵਾਈ ਹੋਏਗੀ। ਅਦਾਲਤ ਦੇ ਵਿੱਚ ਕਾਫੀ ਤਰਕ ਵਿਤਰਕ ਹੋਏ ਨੇ। ਨੋਟਿਸ ਸਰਕਾਰ ਨੂੰ ਨਹੀਂ ਕੀਤਾ ਪਰ ਸਰਕਾਰ ਨੇ ਆਪਣੀ ਗੱਲ ਰੱਖਣ ਦੇ ਲਈ ਸਮਾਂ ਮੰਗਿਆ ਹੈ ਔਰ 2 ਹਫ਼ਤੇ ਦਾ ਸਮਾਂ ਅਦਾਲਤ ਵੱਲੋਂ ਦਿੱਤਾ ਗਿਆ।
ਤੇ ਅਗਲੀ ਵੱਡੀ ਖਬਰ ਹੈ ਰਾਘਵ ਚੱਡਾ ਨਾਲ ਜੁੜੀ ਹੋਈ। ਰਾਘਵ ਚੱਡਾ ਨੂੰ ਸਲਾਹਕਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਨ ਦਾ ਮਾਮਲਾ ਵੀ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਸੀ ਔਰ ਹਾਈ ਕੋਰਟ ਨੇ ਅੱਜ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ। ਸਲਾਹਕਾਰ ਕਮੇਟੀ ਬਣਾਉਣ ਦੇ ਮਾਮਲੇ ਦੇ ਵਿੱਚ ਸਲਾਹਕਾਰ ਕਮੇਟੀ ਦਾ ਚੇਅਰਮੈਨ ਰਾਘਵ ਚੱਡਾ ਨੂੰ ਲਾਇਆ ਗਿਆ ਹੈ। ਹਾਈ ਕੋਰਟ ਦੇ ਵਿੱਚ ਇਹ ਪਟੀਸ਼ਨ ਸੁਣੀ ਗਈ। ਹਾਈ ਕੋਰਟ ਨੇ ਸਰਕਾਰ ਨੂੰ ਆਦੇਸ਼ ਦਿੱਤੇ ਨੇ, ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਨੇ ਕਿ ਸਰਕਾਰ ਆਪਣੇ ਪੱਧਰ ਤੇ ਫੈਸਲਾ ਲਵੇ ਔਰ ਉਸ ਫੈਸਲੇ ਤੋਂ ਪਟੀਸ਼ਨ ਕਰਤਾ ਨੂੰ ਜਾਣੂ ਕਰਵਾਵੇ। ਫੈਸਲਾ ਲੈ ਕੇ ਸਰਕਾਰ ਪਟੀਸ਼ਨ ਕਰਤਾ ਨੂੰ ਦੱਸੇ। ਮਾਮਲੇ ਦੇ ਵਿੱਚ ਕੋਈ ਵੀ ਨੋਟਿਸ ਨਹੀਂ ਹੋਇਆ। ਇਹ ਸਰਕਾਰੀ ਵਕੀਲ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਕੋਈ ਨੋਟਿਸ ਨਹੀਂ ਕੀਤਾ। ਸਿੰਪਲ ਸਰਕਾਰ ਨੂੰ ਇਹ ਆਦੇਸ਼ ਦਿੱਤੇ ਨੇ ਕਿ ਇਸ ਬਾਬਤ ਸਰਕਾਰ ਫੈਸਲਾ ਲਵੇ ਔਰ ਇਸ ਦੀ ਜਾਣਕਾਰੀ ਜਿਹੜੀ ਹੈ ਉਹ ਪਟੀਸ਼ਨ ਕਰਤਾ ਨੂੰ ਦਿੱਤੀ ਜਾਵੇ। ਕੋਰਟ ਦੇ ਵਿੱਚ ਰਿਟ ਪਟੀਸ਼ਨ ਲੱਗੀ ਸੀ ਦੂਜੀ ਵਾਰ। ਪਹਿਲੀ ਵਾਰ ਪਟੀਸ਼ਨਰ ਨੇ ਟਾਈਮ ਲਿਆ ਸੀ ਕੁਝ ਡਾਕੂਮੈਂਟਸ ਪਲੇਸ ਔਨ ਰਿਕਾਰਡ ਕਰਨ ਦਾ। ਅੱਜ ਉਹਨੇ ਇੱਕ ਰਿਪਰੈਜ਼ੈਂਟੇਸ਼ਨ ਨਾਲ ਲਗਾਈ ਸੀ ਤੇ ਕੋਰਟ ਨੇ ਮੈਟਰ ਸੁਣਨ ਤੋਂ ਬਾਅਦ ਆਰਡਰ ਇਹ ਕੀਤਾ ਹੈ ਕਿ ਬਈ ਜਿਹੜੀ ਪਟੀਸ਼ਨਰ ਦੀ ਰਿਪਰੈਜ਼ੈਂਟੇਸ਼ਨ ਹੈ ਇਹਨੂੰ ਸਰਕਾਰ ਆਪਣੇ ਤੌਰ ਤੇ ਕੰਸੀਡਰ ਕਰੇ ਤੇ ਇਸ ਰਿਪਰੈਜ਼ੈਂਟੇਸ਼ਨ ਦੇ ਉੱਤੇ ਉਹਦੇ ਜਿਹੜੇ ਜੋ ਵੀ ਰੀਜ਼ਨਸ ਨੇ ਉਹ ਪਟੀਸ਼ਨਰ ਨੂੰ ਕਮਿਊਨੀਕੇਟ ਕਰੇ। ਤੇ ਇਸ ਕੇਸ ਦੇ ਵਿੱਚ ਕੋਰਟ ਨੇ ਕੋਈ ਇੰਡਲਜੈਂਸ ਨਹੀਂ ਕੀਤੀ, ਨਾ ਹੀ ਨੋਟਿਸ ਕੀਤਾ ਹੈ ਤੇ ਨਾ ਹੀ ਉਹਦਾ ਅੱਗੇ ਕੋਈ ਪ੍ਰੋਸੀਡਿੰਗਸ ਦੇ ਲਈ ਆਰਡਰ ਕੀਤਾ ਹੈ। ਹਾਂ, ਪਟੀਸ਼ਨ ਹੈਜ਼ ਬੀਨ ਡਿਸਪੋਜ਼ਡ ਆਫ ਤੇ ਉਹਨਾਂ ਨੇ ਕਿਹਾ ਵੀ ਸਰਕਾਰ ਦੇ ਹੁਣ ਉੱਤੇ ਹੈ ਕਿ ਵੀ ਇਹਨੂੰ ਜਿਹੜੇ ਰੀਜ਼ਨਸ ਨੇ ਇਹ ਕਮਿਊਨੀਕੇਟ ਕੀਤੇ ਜਾਣ। ਤੁਸੀਂ ਕੋਰਟ ਸੇ ਵੀ ਕਿਹਾ ਵੀ ਇਹਦੇ ਵਿੱਚ ਕੋਈ ਅਸੀਂ ਹਲੇ ਨੋਟੀਫਿਕੇਸ਼ਨ ਦੀ ਹੋਈ ਨਹੀਂ। ਦੇਖੋ, ਪਟੀਸ਼ਨਰ ਨੇ ਇਹ ਜ਼ਰੂਰ ਕਹਿਣ ਦੀ ਕੋਸ਼ਿਸ਼ ਕੀਤੀ ਕਿ ਵੀ ਕੁਝ ਇਹੋ ਜਿਹੀਆਂ ਚੀਜ਼ਾਂ ਨੇ ਇਸ ਆਰਡਰ ਦੇ ਵਿੱਚ ਜਿਹੜੀਆਂ ਕਿ ਸੰਵਿਧਾਨ ਦੇ ਹਿਸਾਬ ਨਾਲ ਜਾਂ ਕੁਝ ਗਲਤ ਨੇ, ਲੇਕਿਨ ਅਗਰ ਉਹ ਆਰਡਰ ਨੂੰ ਪੜ੍ਹਿਆ ਜਾਏ ਇਹਦੇ ਵਿੱਚ ਕੋਈ ਇਹੋ ਜਿਹੀ ਚੀਜ਼ ਨਹੀਂ ਹੈ ਜਿਹੜੀ ਕਿ ਵੀ ਜਾਂ ਕਿਸੇ ਰੂਲ ਜਾਂ ਸਟੈਚੂਟ ਜਾਂ ਸੰਵਿਧਾਨ ਤੇ ਬਿਲਕੁਲ ਹੀ ਨਹੀਂ ਜਿਹਦੇ ਕੇ ਖਿਲਾਫ ਹੈ। ਐਵਰੀਥਿੰਗ ਹੈਜ਼ ਬੀਨ ਡਨ ਇਨ ਅਕੋਰਡੈਂਸ ਵਿਦ ਲਾਅ ਤੇ ਇਹ ਜਿਹੜਾ ਆਰਡਰ ਹੈ ਬਿਲਕੁਲ ਇਸੇ ਤਰ੍ਹਾਂ ਨਾਲ ਬਥੇਰੀਆਂ ਸਰਕਾਰਾਂ ਜਿਹੜੀਆਂ ਨੇ ਉਹ ਆਪਣੇ ਲਈ ਐਡਵਾਈਜ਼ਰੀ ਕਮੇਟੀਆਂ ਬਣਾਉਂਦੀਆਂ ਨੇ। ਬੈਂਚ ਨੇ ਵੀ ਇਹ ਆਬਜ਼ਰਵ ਕੀਤਾ ਕਿ ਵੀ ਕਾਫੀ ਕਮੇਟੀਆਂ ਕਨਸਟੀਟਿਊਟ ਹੁੰਦੀਆਂ ਨੇ, ਸਬ ਕਮੇਟੀਆਂ ਕਨਸਟੀਟਿਊਟ ਹੁੰਦੀਆਂ ਨੇ ਸਰਕਾਰ ਨੂੰ ਅਸਿਸਟ ਕਰਨ ਦੇ ਲਈ ਤੇ ਉਸੇ ਮੱਦੇ ਨਜ਼ਰ ਉਹਨਾਂ ਨੇ ਇਹ ਆਰਡਰ ਪਾਸ ਕੀਤਾ। ਤੇ ਪਟੀਸ਼ਨ ਨੂੰ ਦੱਸਣਾ ਪੈਣਾ ਸਰਕਾਰ ਨੂੰ ਕਦੋਂ ਆਏ ਡਿਸਾਈਡ ਕਰਨਾ। ਹਾਂਜੀ ਹਾਂਜੀ ਹਾਂਜੀ, ਉਹ ਜਿਹੜੀ ਰਿਪਰੈਜ਼ੈਂਟੇਸ਼ਨ ਹੈ ਉਹਦੀ ਉਹ ਇਨ ਅਕੋਰਡੈਂਸ ਵਿਦ ਲਾਅ ਅਸੀਂ ਡਿਸਾਈਡ ਕਰਾਂਗੇ। ਤੇ ਸਿੱਧਾ ਤੁਹਾਨੂੰ ਲੋਕ ਸਭਾ ਲੈ ਚੱਲਦੇ ਹਾਂ। ਲੋਕ ਸਭਾ ਦੇ ਵਿੱਚ ਲਾਈਵ ਕਾਰਵਾਈ ਚੱਲ ਰਹੀ ਹੈ ਮਹਿੰਗਾਈ ਦੇ ਮੁੱਦੇ ਤੇ। ਅਕਾਲੀ ਐਮਪੀ ਹਰਸਿਮਰਤ ਕੌਰ ਬਾਦਲ ਬੋਲ ਰਹੇ ਨੇ। ਜਿਹੜੇ ਕਿਸਾਨ ਅੰਨ ਭੰਡਾਰ ਨੂੰ ਭਰਦੇ ਨੇ ਉਹ ਕਿਸਾਨ ਦੇ ਢਿੱਡ 'ਚ ਇਹੋ ਜਿਹੀ ਲੱਤ ਕਿ ਜਦ ਐਮਐਸਪੀ ਵੱਧਦੀ ਹੈ ਉਹ ਕੱਲੇ 2% ਦੀ ਵੱਧਦੀ ਹੈ। ਡੀਜ਼ਲ, ਪੈਟਰੋਲ, ਬੀਜ, ਖਾਦ, ਯੂਰੀਆ, ਡੀਏਪੀ ਸਾਰਾ ਕੁਝ 100 ਗੁਣਾ ਵੱਧਦਾ ਹੈ, ਲੇਕਿਨ ਐਮਐਸਪੀ ਕੱਲੇ 2% ਦੀ ਵੱਧਦੀ ਹੈ। ਇਹ ਕਿਸਾਨਾਂ ਦੇ ਨਾਲ, ਗਰੀਬਾਂ ਦੇ ਨਾਲ ਭੱਦਾ ਮਜ਼ਾਕ ਨਹੀਂ ਹੈਗਾ ਤਾਂ ਕੀ ਹੈਗਾ। ਹਰ ਪੱਖੋਂ ਇੱਕ ਸਰਕਾਰ ਨੇ ਲੋਕਾਂ ਦੇ ਵਿਰੋਧੀ ਅੱਜ ਕਹਿੰਦੇ ਨੇ ਕਿ ਇੱਥੇ ਕੋਈ ਮੁਸ਼ਕਿਲ ਹੀ ਨਹੀਂ ਹੈਗੀ। ਲੋਕਾਂ ਨੂੰ ਅੱਜ ਗਰੀਬ ਦਾ ਇਹ ਹਾਲ ਹੈਗਾ ਕਿ ਕਿਸਾਨ ਨਾ ਆਪਣੇ ਬੱਚਿਆਂ ਨੂੰ ਕਿਸੇ ਚੰਗੇ ਸਕੂਲ 'ਚ ਭੇਜ ਸਕਦਾ ਹੈ, ਸਰ 2 ਮਿੰਟ ਨਾ ਚੰਗੇ ਸਕੂਲ 'ਚ ਭੇਜ ਸਕਦਾ ਹੈ, ਪ੍ਰਾਈਵੇਟ ਸਕੂਲ ਤਾਂ ਛੱਡ ਦੋ, ਟਿਊਸ਼ਨ ਤੱਕ ਨਹੀਂ ਕਰਾ ਸਕਦਾ, ਨਾ ਗਰੀਬ ਕਿਸੇ ਗਰੀਬ ਚੰਗੇ ਹਸਪਤਾਲ 'ਚ ਆਪਣਾ ਇਲਾਜ ਕਰਾ ਸਕਦਾ ਹੈ। ਤੇ ਰੋਟੀ ਵਾਸਤੇ ਜਦ ਮੁਹਤਾਜ ਹੋ ਗਿਆ ਤੇ ਉਸ ਕਿਸਾਨ ਦੀ ਉਗਾਈ ਹੋਈ ਫਸਲ ਨੂੰ ਗਰੀਬਾਂ ਦੇ ਵਿੱਚ ਵੱਢ ਕੇ ਆਪਣਾ ਪੀਠ ਥਪਥਪਾ ਕੇ ਕਹਿ ਰਹੇ ਮਹਿੰਗਾਈ ਵਰਗੀ ਚੀਜ਼ ਨਹੀਂ ਹੈ। ਮੈਨੂੰ ਇਸ ਗੱਲ ਨੂੰ ਸੁਣ ਕੇ ਦੁੱਖ ਹੁੰਦਾ ਹੈ। ਮੈਂ ਡਿਮਾਂਡ ਕਰਦੀ ਹਾਂ ਤੁਸੀਂ ਸਵਾਮੀਨਾਥਨ ਕਮੇਟੀ ਨੂੰ ਲਾਗੂ ਕਰੋ, ਜਿਹੜੀ ਉਹਨਾਂ ਦੀ ਰਿਪੋਰਟ ਹੈਗੀ ਉਹਨੂੰ ਲਾਗੂ ਕਰੋ। C2+50% ਜਿਹੜਾ ਤੁਹਾਡਾ ਵਾਅਦਾ ਸੀ, ਜੇ ਤੁਸੀਂ ਹਰੇਕ ਚੀਜ਼ ਤੇ GST, ਅੱਜ ਗਰੀਬਾਂ ਦੇ ਦਹੀਂ ਚਾਵਲ 'ਚ ਵੀ ਤੁਸੀਂ GST ਵਧਾ ਰਹੇ ਹੋ, ਡੀਜ਼ਲ 'ਚ, ਯੂਰੀਆ 'ਚ, ਹਰ ਚੀਜ਼ ਤੇ GST 2 ਮਿੰਟ ਤੇ ਫਿਰ ਕਿਉਂ ਕਿਸਾਨ ਦੇ ਅੰਨ ਦੇ ਉੱਤੇ ਜੇ ਹਰ ਚੀਜ਼ 'ਚ GST ਲੱਗ ਸਕਦੀ ਹੈ ਤੇ ਉਹਦੀ ਕਾਸਟ ਕਰਕੇ ਉਹਦੇ ਵੀ 28% GST ਲਗਾ ਕੇ ਉਹਨੂੰ MSP ਬਣਾਓ ਤਾਂ ਕਿ ਕਿਸਾਨ ਨੂੰ ਵੀ ਆਪਣਾ ਹੱਕ ਮਿਲੇ। ਬੜੀ ਅਫਸੋਸ ਦੀ ਗੱਲ ਹੈ ਕਿ ਇਹ ਸਰਕਾਰ ਕਹਿੰਦੀ ਮਹਿੰਗਾਈ ਵਰਗੀ ਕੋਈ ਚੀਜ਼ ਨਹੀਂ ਹੈ, ਗਰੀਬ ਦਾ ਜੀਣਾ ਔਖਾ ਹੋ ਰਿਹਾ ਹੈ ਤੇ ਇਹ ਸਰਕਾਰ ਆਪਣੇ ਆਪ ਦੀ ਵਾਹਵਾਹੀ ਲੁੱਟ ਰਹੀ ਹੈ, ਥੋਕੀ ਵਾਹਵਾਹੀ। ਬਹੁਤ ਇਸ ਗੱਲ ਦਾ ਦੁੱਖ ਹੈ। ਮੈਂ ਉਮੀਦ ਕਰਦੀ ਹਾਂ ਲੋਕਾਂ ਦਾ ਬੋਝ ਘਟਾਉਣ ਵਾਸਤੇ ਸਰਕਾਰ ਕੋਈ ਠੇਸ ਉਪਰਾਲੇ ਕਰੇ। थैंक यू। ऑनरेबल मेंबर से असाउद्दीन ओवैसी। सर बहुत बहुत शुक्रिया मोहतरम कि आपने। ਹਰਸਿਮਰਤ ਕੌਰ ਬਾਦਲ ਲੋਕ ਸਭਾ ਦੇ ਵਿੱਚ ਮਹਿੰਗਾਈ ਤੇ ਮੁੱਦੇ ਤੇ ਬੋਲ ਰਹੇ ਸੀ ਕਿ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦੇ ਪੂਰੇ ਮੁੱਲ ਨਹੀਂ ਮਿਲਦੇ, ਕਿਸਾਨਾਂ ਨੂੰ ਹਰ ਚੀਜ਼ ਤੇ GST ਦੇਣੀ ਪੈਂਦੀ ਹੈ, ਪਰ ਸਰਕਾਰ ਉਹਨਾਂ ਨੂੰ ਪੈਸੇ ਦੇਣ ਵੇਲੇ ਜਾਂ ਉਹਨਾਂ ਦੀਆਂ ਫਸਲਾਂ ਦਾ ਪੂਰਾ ਮੁੱਲ ਦੇਣ ਵੇਲੇ ਹੱਥ ਪਿੱਛੇ ਖਿੱਚ ਲੈਂਦੀ ਹੈ। ਸੋ ਮਹਿੰਗਾਈ ਦੀ ਮਾਰ ਪੈ ਰਹੀ ਹੈ, ਖਾਸ ਕਰਕੇ ਪੰਜਾਬ ਦਾ। ਉਹਨਾਂ ਨੇ ਜ਼ਿਕਰ ਕੀਤਾ ਕਿ ਪੰਜਾਬ ਦੇਸ਼ ਦਾ ਅੰਨ ਭੰਡਾਰ ਹੈ ਔਰ ਕਿਸਾਨਾਂ ਨੂੰ ਉਹਨਾਂ ਦੀ ਜਿਹੜੀ ਫਸਲ ਹੈ ਉਸਦੇ ਪੈਸੇ ਜਿਹੜੇ ਨੇ, ਉਸਦੀ ਫਸਲ ਦਾ ਮੁੱਲ ਜਿਹੜਾ ਹੈ ਉਹ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਮੁਤਾਬਕ ਮਿਲਣਾ ਚਾਹੀਦਾ ਹੈ।
ਤੇ ਅਗਲੀ ਵੱਡੀ ਖਬਰ ਦਾ ਰੁਖ ਕਰਦੇ ਹਾਂ। ਪੰਜਾਬ ਦੇ ਵਿੱਚ ਪਲਾਸਟਿਕ ਬੈਨ ਹੋ ਗਿਆ ਹੈ। 5 ਅਗਸਤ ਤੋਂ ਪਲਾਸਟਿਕ ਦੇ ਲਿਫਾਫੇ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਬੰਦ ਹੋ ਜਾਣਗੇ। ਸਿੰਗਲ ਯੂਜ਼ ਪਲਾਸਟਿਕ ਤੇ 1 ਜੁਲਾਈ ਤੋਂ ਬੈਨ ਲੱਗਿਆ ਹੋਇਆ, ਪਰ ਹਲੇ ਵੀ ਚੱਲ ਰਹੇ ਨੇ। ਸੋ ਵਾਤਾਵਰਣ ਮੰਤਰੀ ਮੀਤ ਹੇਅਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਨੂੰ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਜਾਵੇ। ਸਰਕਾਰ 5 ਤਰੀਕ ਤੋਂ ਬਕਾਇਦਾ ਇੱਕ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ ਔਰ ਉਹਨਾਂ ਨੇ ਕਿਹਾ ਕਿ ਸ਼ੁਰੂਆਤ ਦੇ ਵਿੱਚ ਅਸੀਂ ਅਪੀਲ ਕਰਾਂਗੇ ਤੇ ਉਸ ਤੋਂ ਬਾਅਦ ਸਖਤੀ ਕਰਾਂਗੇ। ਇਸ ਕਰਕੇ ਸਖਤੀ ਲਈ ਮਜਬੂਰ ਨਾ ਕੀਤਾ ਜਾਵੇ। ਇਹ ਲਿਫਾਫੇ ਜਿਹੜੇ ਨੇ ਪਲਾਸਟਿਕ ਹੈ, ਸਿੰਗਲ ਯੂਜ਼ ਪਲਾਸਟਿਕ ਹੈ, ਇਹ ਸਾਰੇ ਮੁਕੰਮਲ ਤੌਰ ਤੇ ਹੁਣ ਪੰਜਾਬ ਦੇ ਵਿੱਚ ਬੈਨ ਹੋ ਗਏ ਨੇ। ਜੋ ਵਰਤੇਗਾ ਉਸ ਦੇ ਖਿਲਾਫ ਜੁਰਮਾਨਾ ਉਸ ਨੂੰ ਭਰਨਾ ਪਏਗਾ, ਉਸ ਦੇ ਖਿਲਾਫ ਜੁਰਮਾਨਾ ਲੱਗੇਗਾ। ਧੂਰੀ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਦੀ ਸ਼ੁਰੂਆਤ ਕਰਨਗੇ ਇਸ ਮੁਹਿੰਮ ਦੀ 5 ਤਰੀਕ ਨੂੰ। ਇਸ ਦੇ ਨਾਲ ਨਾਲ ਉਹਨਾਂ ਜਿਹੜੀ ਚਾਈਨੀਜ਼ ਡੋਰ ਹੈ ਉਸ ਨੂੰ ਲੈ ਕੇ ਵੀ ਬਿਆਨ ਦਿੱਤਾ ਕਿ ਸਰਕਾਰ ਸਖਤ ਹੈ। ਪਲਾਸਟਿਕ ਦੀ ਡੋਰ, ਚਾਈਨੀਜ਼ ਡੋਰ ਜਿਹੜੀ ਹੈ ਇਹ ਮੁਕੰਮਲ ਤੌਰ ਤੇ ਬੰਦ ਹੋਏਗੀ ਤੇ ਵੇਚਣ ਵਾਲੇ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਏਗੀ। ਪਲਾਸਟਿਕ ਦੇ ਜਿਹੜੇ ਕਹਿ ਲਓ ਵੀ ਜਿਹੜੇ ਪੋਲੀਥੀਨ ਹੈ, ਜਿਹੜਾ ਕੈਰੀ ਬੈਗਸ ਹੈ ਉਹ, ਤੇ ਇੱਕ ਜਿਹੜੀ ਸਿੰਗਲ ਯੂਜ਼ ਜਿਹੜੀ ਪਲਾਸਟਿਕ ਹੈ, ਇਹਨਾਂ ਨੂੰ ਅਸੀਂ ਪੂਰਨ ਤੌਰ ਤੇ 1 ਜੁਲਾਈ ਤੋਂ, ਕਿਉਂਕਿ ਇਹਨਾਂ ਨੂੰ ਅਸੀਂ ਜਿਹੜਾ ਬੈਨ ਹੈ ਉਹ ਕੀਤਾ ਪੂਰੇ ਪੰਜਾਬ 'ਚ ਪੂਰਨ ਤੌਰ ਤੇ। ਪਰ ਇਹ ਮਾਨ ਸਾਹਿਬ ਦੀ ਮੈਂ ਸਮਝਦਾ ਕਿ ਬੜੀ ਅੱਛੀ ਸੋਚ ਹੈ। ਉਹ ਇਹ ਕਹਿੰਦੇ ਆ ਕਿਉਂਕਿ ਇਹ ਜਿਹੜੀਆਂ ਮੁਹਿੰਮਾਂ ਨੇ ਇਹਨਾਂ ਨੂੰ ਕਾਮਯਾਬ ਕਰਨ ਲਈ ਇਹ ਇਕੱਲੇ ਕਹਿ ਲਓ ਵੀ ਸੀਐਮ ਸਾਹਿਬ ਦੀ ਜ਼ਿੰਮੇਵਾਰੀ ਨਹੀਂ, ਜਾਂ ਇਕੱਲੇ ਮੇਰੀ ਜ਼ਿੰਮੇਵਾਰੀ ਨਹੀਂ, ਜਾਂ ਜਿਹੜੇ ਸਾਡੇ ਸੈਕਟਰੀ ਸਾਹਿਬ ਬੈਠੇ ਆ ਉਹਨਾਂ ਦੀ ਜ਼ਿੰਮੇਵਾਰੀ ਨਹੀਂ, ਇਹ ਸਾਡੀ ਸਾਰੇ ਪੰਜਾਬੀਆਂ ਦੀ ਜ਼ਿੰਮੇਵਾਰੀ ਹੈ। ਸੀਐਮ ਸਾਹਿਬ 5 ਤਰੀਕ ਨੂੰ ਇਸ ਮੁਹਿੰਮ ਦੀ ਜਿਹੜੀ ਸ਼ੁਰੂਆਤ ਹੈ ਉਹ ਕਰਨ ਜਾ ਰਹੇ ਆ। ਤੇ ਅਗਲੀ ਵੱਡੀ ਖਬਰ ਬ੍ਰੇਕਿੰਗ ਨੰਬਰ 2, ਪੰਜਾਬ ਸਰਕਾਰ ਦੇ ਇੱਕ ਵੱਡੇ ਦਾਅਵੇ ਦਾ ਜ਼ਿਕਰ ਕਰਦੇ ਹਾਂ ਔਰ ਖਾਸ ਤੌਰ ਤੇ ਦਾਅਵਾ ਹੈ ਪੰਜਾਬ ਦੇ ਖਜ਼ਾਨੇ ਨੂੰ ਲੈ ਕੇ। ਸਰਕਾਰੀ ਖਜ਼ਾਨੇ ਦੇ ਵਿੱਚ ਵਾਧੇ ਦਾ ਦਾਅਵਾ ਕੀਤਾ ਗਿਆ ਹੈ। ਹਰਪਾਲ ਚੀਮਾ ਖਜ਼ਾਨਾ ਮੰਤਰੀ ਵੱਲੋਂ ਉਹਨਾਂ ਨੇ ਕਿਹਾ ਹੈ ਕਿ ਪਿਛਲੇ ਸਮੇਂ ਦੇ ਵਿੱਚ 24% ਤੋਂ ਜ਼ਿਆਦਾ ਵਾਧਾ ਹੋਇਆ ਹੈ ਪੰਜਾਬ ਦੇ ਰੈਵਨਿਊ ਕਲੈਕਸ਼ਨ ਦੇ ਵਿੱਚ। 24.15 ਪਿਛਲੇ 4 ਮਹੀਨਿਆਂ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੀ ਟੈਕਸ ਕਲੈਕਸ਼ਨ, ਰੈਵਨਿਊ ਕਲੈਕਸ਼ਨ ਵਧੀ ਹੈ ਬਗੈਰ ਕੋਈ ਨਵਾਂ ਕਰ ਲਗਾਏ, ਬਗੈਰ ਕੋਈ ਨਵਾਂ ਟੈਕਸ ਲਗਾਏ। 24.15% ਦਾ ਵਾਧਾ ਹੋਇਆ। ਐਕਸਾਈਜ਼ ਪਾਲਿਸੀ ਦਾ ਉਹਨਾਂ ਨੇ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਕਿ ਐਕਸਾਈਜ਼ ਪਾਲਿਸੀ ਦੇ ਨਾਲ ਇਨਕਮ ਵਧੀ ਹੈ। ਇਸ ਦੇ ਨਾਲ ਨਾਲ ਉਹਨਾਂ ਕਿਹਾ ਕਿ ਪਨਸਪ ਦੇ ਸਿਰ ਜਿਹੜਾ ਕਰਜ਼ਾ ਚੜਿਆ ਸੀ, ਕਰੀਬ 300 ਕਰੋੜ ਦਾ ਕਰਜ਼ਾ ਹੈ, ਉਸ ਦੀ ਪਹਿਲੀ ਕਿਸ਼ਤ 50 ਕਰੋੜ ਰੁਪਏ ਅਸੀਂ ਜਾਰੀ ਕਰ ਦਿੱਤੇ ਗਏ ਨੇ। ਉਸ ਤੋਂ ਇਲਾਵਾ ਮੂੰਗੀ ਦੀ ਖੇਤੀ ਦੇ ਲਈ ਜਿਹੜਾ ਕਿਸਾਨਾਂ ਨੇ ਕੀਤੀ ਸੀ ਔਰ ਜਿਨ੍ਹਾਂ ਨੂੰ ਸਰਕਾਰ ਨੇ MSP ਦੇਣ ਦਾ ਵਾਅਦਾ ਕੀਤਾ ਸੀ, ਉਹਨਾਂ ਦੀ ਘੱਟ ਰੇਟ ਤੇ ਵਿਕੀ ਹੈ ਤੇ ਹੁਣ ਜਿਹੜੇ ਉਤਲੇ ਪੈਸੇ ਹੈ ਸਰਕਾਰ ਉਹ ਕਿਸਾਨਾਂ ਨੂੰ ਦੇਵੇਗੀ ਔਰ ਇਸ ਦੇ ਲਈ ਵੀ 66.5 ਕਰੋੜ ਰੁਪਏ ਜਾਰੀ ਕੀਤੇ ਗਏ। ਇਹਨਾਂ 4 ਮਹੀਨਿਆਂ ਦੇ ਦੌਰਾਨ ਜਿਹੜੇ 4 ਮਹੀਨੇ ਲੰਘੇ ਨੇਗੇ, ਇਹਨਾਂ 4 ਮਹੀਨਿਆਂ ਦੇ ਦੌਰਾਨ ਜਿਹੜੀ ਆ 24.15% ਦਾ ਇੱਕ ਰਿਕਾਰਡ ਵਾਧਾ ਜਿਹੜਾ ਹੈਗਾ ਉਹ GST ਦੀ ਕਲੈਕਸ਼ਨ ਦੇ ਵਿੱਚ ਹੋਇਆਗਾ। ਮਈ ਦੀ ਗੱਲ ਕਰ ਲਈਏ, ਜੂਨ ਦੀ ਗੱਲ ਕਰ ਲਈਏ, ਜੁਲਾਈ ਦੀ ਗੱਲ ਕਰ ਲਈਏ, ਐਂਡ ਦੇ ਉੱਤੇ ਮੈਂ ਦੱਸਣਾ ਚਾਹਾਂਗਾ ਕਿ ਅਸੀਂ ਪ੍ਰਿੰਸੀਪਲ ਅਮਾਉਂਟ ਇਹਨਾਂ 4 ਮਹੀਨਿਆਂ ਦੇ ਦੌਰਾਨ ਜਿਹੜਾ ਪੰਜਾਬ ਸਰਕਾਰ ਤੇ ਕਰਜ਼ਾ ਗਾ, ਜਿਹੜਾ ਪੁਰਾਣੀਆਂ ਸਰਕਾਰਾਂ ਨੇ ਵੀ ਲਿਆ ਹੋਇਆ, ਔਰ ਉਹਦੇ ਵਿੱਚੋਂ 5520.34 ਕਰੋੜ ਰੁਪਈਆ ਜਿਹੜਾ। ਤੇ ਪਹਿਲੀ ਵੱਡੀ ਖਬਰ ਦਾ ਰੁਖ ਕਰਦੇ ਹਾਂ। ਇੱਕ ਮੰਦਭਾਗੀ ਖਬਰ ਹੈ। ਹਾਦਸਾ ਵਾਪਰਿਆ ਹੈ ਗੋਬਿੰਦ ਸਾਗਰ ਝੀਲ ਦੇ ਵਿੱਚ। ਮੋਹਾਲੀ ਦੇ ਰਹਿਣ ਵਾਲੇ 7 ਨੌਜਵਾਨ ਡੁੱਬੇ ਨੇ। ਮੋਹਾਲੀ ਦੇ ਰਹਿਣ ਵਾਲੇ ਸੀ, ਗੋਬਿੰਦ ਸਾਗਰ ਝੀਲ ਦੇ ਵਿੱਚ ਨਹਾਉਣ ਦੇ ਲਈ ਉਤਰੇ ਸੀ। 11 ਨੌਜਵਾਨ ਝੀਲ 'ਚ ਉਤਰੇ ਸੀ। ਉਹਨਾਂ ਚੋਂ 7 ਦਾ ਹਲੇ ਤੱਕ ਕੋਈ ਪਤਾ ਨਹੀਂ ਚੱਲ ਪਾਇਆ। 4 ਨੌਜਵਾਨਾਂ ਨੂੰ ਬਾਹਰ ਕੱਢ ਲਿਆ ਗਿਆ। 11 ਨੌਜਵਾਨ ਸੀ। ਮੋਹਾਲੀ ਦੇ ਤਸਵੀਰਾਂ ਵੀ ਅਸੀਂ ਦਿਖਾ ਰਹੇ ਹਾਂ। ਉਹਨਾਂ ਦੇ ਵਿੱਚ ਗੋਬਿੰਦ ਸਾਗਰ ਝੀਲ ਹੈ ਜਿੱਥੇ ਨੌਜਵਾਨ ਉਤਰੇ ਸੀ। ਇਹ ਸਾਰੇ ਮੋਹਾਲੀ ਦੇ ਰਹਿਣ ਵਾਲੇ ਨੇ। ਜੋ ਜਾਣਕਾਰੀ ਆ ਰਹੀ ਹੈ 11 ਚੋਂ 4 ਨੌਜਵਾਨਾਂ ਨੂੰ ਝੀਲ ਚੋਂ ਕੱਢਿਆ ਗਿਆ ਤੇ ਬਾਕੀ 7 ਨੌਜਵਾਨਾਂ ਦਾ ਹਲੇ ਤੱਕ ਕੁਝ ਪਤਾ ਨਹੀਂ ਚੱਲ ਪਾਇਆ। ਉਹਨਾਂ ਦੀ ਤਲਾਸ਼ ਜਾਰੀ ਹੈ। ਗੋਬਿੰਦਨਾਥ ਮੰਦਿਰ ਦੇ ਕੋਲ ਇਹ ਜਿਹੜਾ ਹਾਦਸਾ ਇਹ ਵਾਪਰਿਆ ਹੈ। ਮੌਕੇ ਤੇ ਰੈਸਕਿਊ ਆਪਰੇਸ਼ਨ ਜਾਰੀ ਹੈ। ਇਹ ਅਸੀਂ ਤਸਵੀਰਾਂ ਦਿਖਾ ਰਹੇ ਹਾਂ। 11 ਨੌਜਵਾਨ ਸੀ ਔਰ 11 ਦੇ 11 ਮੋਹਾਲੀ ਦੇ ਰਹਿਣ ਵਾਲੇ ਸੀ ਜੋ ਉੱਥੇ ਗਏ ਸੀ ਔਰ ਉੱਥੇ ਗੋਬਿੰਦ ਸਾਗਰ ਝੀਲ ਦੇ ਵਿੱਚ ਨਹਾਉਣ ਦੇ ਲਈ ਉਤਰੇ ਔਰ ਉਸ ਤੋਂ ਬਾਅਦ 4 ਨੌਜਵਾਨਾਂ ਨੂੰ ਤਾਂ ਮੁਸ਼ੱਕਤ ਦੇ ਨਾਲ ਬਾਹਰ ਕੱਢ ਲਿਆ ਗਿਆ, ਪਰ 7 ਨੌਜਵਾਨਾਂ ਦਾ ਹਲੇ ਕੁਝ ਵੀ ਪਤਾ ਨਹੀਂ ਹੈ। ਉਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਹਨਾਂ ਨੂੰ
ਤਲਾਸ਼ਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰੈਸਕਿਊ ਆਪਰੇਸ਼ਨ ਚੱਲ ਰਿਹਾ है। बताए गए सर ये 7 बताए हैं। कहाँ के रहने वाले हैं सर? ये मोहाली बनूड़ है, मोहाली डिस्ट्रिक्ट पड़ता है इनका पंजाब में जी। तो ये बच्चे जैसा कि आपको बताया यहाँ आए और नहाने पड़ गए, तो जैसे एक अंदर चला गया थोड़ा गहरे पानी की, उसको चैन बनाई उसको और उसी चक्कर में सारे चले। किस एज ग्रुप के बच्चे? एज ग्रुप के मोस्टली तो 14 से 18 के बीच हैं। एक आदमी है वो 32 साल का। क्या ये स्कूली स्टूडेंट्स हैं सर या किसी ट्रिप में आए थे यहाँ पे? ये घूमने आए थे। अब ये तो ज़्यादा मुझे डिटेल में नहीं पता क्या, लेकिन एक लड़का है और ये देखिए 16 और 19 के बीच के हैं 6 आदमी, एक 35 साल। और मैं ऊना से यहाँ पर मौके पर पहुँचा हूँ और अभी हमने जो है BBMB से जो गोताखोर है उनके साथ किया है और उनको बुलाया है यहाँ पर। यहाँ हमने लोकल हेल्प से भी इनको ढूंढने की कोशिश की, लेकिन ये पानी बड़ा गहरा है और अभी तक कुछ पता नहीं चल रहा। तो जैसे ही गोताखोर आते हैं तो फर्दर जो भी है उनको ढूंढने की कोशिश करेंगे। अमित शर्मा साढ़े सहयोगी जुड़े ने पत्रकार ऊना तो। अमित, क्या अभी क्या स्थिति है, क्या कुछ पता चल पाया है? ये 7 जो नौजवान थे और बाकी 4 जिनको निकाला गया है, क्या वो ठीक हैं? ਤਾਂ ਗੋਬਿੰਦ ਸਾਗਰ ਝੀਲ ਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ, ਜਿੱਥੇ 11 ਨੌਜਵਾਨ ਸੀ ਮੁਹਾਲੀ ਦੇ ਜਿਹੜੇ ਨੌਨ ਉਤਰੇ ਸੀ, ਔਰ ਇਹ ਵੀ ਦੱਸਿਆ ਜਾ ਰਿਹਾ ਕਿ 16 ਤੋਂ 19 ਸਾਲ ਦੀ ਇਹਨਾਂ ਦੀ ਉਮਰ ਸੀ। ਇੱਕ ਉਹਨਾਂ ਦੇ ਵਿੱਚ 35-36 ਸਾਲ ਦਾ ਵਿਅਕਤੀ ਸੀ, ਬਾਕੀ ਸਾਰੇ ਨੌਜਵਾਨ 16 ਤੋਂ 19 ਸਾਲ ਦੀ ਉਮਰ ਦੇ ਸੀ। 11 ਦੇ 11 ਬਨੂੜ ਦੇ ਰਹਿਣ ਵਾਲੇ ਨੇ, ਬਨੂੜ ਇਲਾਕੇ ਦੇ। ਔਰ ਜਿਸ ਤਰੀਕੇ ਨਾਲ ਜੋ ਉੱਥੇ ਚਸ਼ਮਦੀਦ ਨੇ ਉਹ ਦੱਸ ਰਹੇ ਨੇ ਕਿ ਇਹ ਪਾਣੀ 'ਚ ਨੌਨ ਉਤਰੇ ਸੀ, ਉਸ ਤੋਂ ਬਾਅਦ ਇੱਕ ਲੜਕਾ ਜਿਹੜਾ ਸੀ ਉਹ ਡੂੰਘੇ ਪਾਣੀ 'ਚ ਚਲਾ ਗਿਆ ਤੇ ਹੌਲੀ-ਹੌਲੀ ਸਾਰੇ ਉਸਦੇ ਪਿੱਛੇ ਪਾਣੀ ਦੇ ਵਿੱਚ ਰੁੜ ਗਏ। 4 ਨੂੰ ਬਚਾ ਲਿਆ ਗਿਆ ਔਰ ਬਾਕੀ 7 ਦੀ ਭਾਲ ਜਾਰੀ ਹੈ। ਗੋਤਾਖੋਰ ਬੁਲਾਏ ਗਏ ਨੇ ਔਰ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ है। ਹਾਲੇ तक 7 ਦਾ कोई पता नहीं चल सकिया। अमित शर्मा साढ़े सहयोगी जुड़े ने ऊना तो। अमित, अभी ताजा क्या हालात हैं वहां पे, किस तरीके से रेस्क्यू ऑपरेशन चल रहा है और जो 4 जिनको बचा लिया गया है उनकी क्या हालत है? जी विजय, बिल्कुल आपको बताना चाहूंगा कि एक बड़ा दर्दनाक हादसा जो है वो जिला ऊना के गोविंद सागर झील में पेश आया है। यहाँ पर मोहाली के बनूड़ के रहने वाले 11 युवक जो है वो नदी में उतरे थे नहाने के लिए, जिनमें से 7 युवक जो है वो डूब गए, जबकि 4 युवक जो है वो बाहर आ गए थे। आपको बता दें कि जो 7 युवक डूबे थे उनको ढूंढने के लिए जो है वो गोताखोरों की टीम जो है वो यहाँ पर मौके पर की है और 3 शवों को जो है वो अभी तक बाहर निकाल लिया गया है, जबकि जो 4 अन्य हैं उनकी तलाश जो है वो गोताखोरों द्वारा की जा रही है। और पुलिस के साथ प्रशासन और आपदा प्रबंधन की टीमें जो है वो जहाँ पर घटनास्थल पर पहुंच चुकी है और राहत बचाव कार्य जो है वो यहाँ पर किए जा रहे हैं। जी तो अमित, हादसा हुआ कैसे? ये कितना गहरा था पानी जहां पे ये चले गए? क्या इनको पता नहीं था? कैसे हुआ ये सब? जी बिल्कुल विजय, आपको बताना चाहूंगा कि ये जो हादसा यहाँ पर हुआ है, यहाँ पर गरीबनाथ मंदिर के बिल्कुल समीप जो हादसा हुआ है। और आपको बता दें कि ये युवक जो है ये बाबा बालकनाथ से जाने के लिए बनूड़ मोहाली से आए थे और रास्ते में ये यहाँ पर नदी देखकर, गोविंद सागर झील देखकर यहाँ पर नहाने उतर गए और पानी की गहराई जो है वो उनको पता नहीं चल पाई और उस दर्दनाक हादसे का जो लोग जो है वो शिकार हो गए। जी तो अभी रेस्क्यू ऑपरेशन चल रहा है? जी बिल्कुल, गोताखोरों की टीम जो है वो शवों को ढूंढने में लगी है। फिलहाल 3 शव जो है वो निकाल लिए गए हैं, जबकि 4 अन्यों की तलाश जो है वो अभी टीम द्वारा की जा रही है। तो क्या इन सब की आइडेंटिफिकेशन हो गई है? इनके परिवारों का पता चल गया है? उनको जानकारी दे दी गई है? बिल्कुल, प्रशासन द्वारा जिन लोगों की जानकारी मिली थी उन लोगों के परिवारों को सूचित कर दिया गया है। जो 4 लोग पहले बाहर निकल आए थे बचे हैं, उन लोगों ने भी उनके परिवारों को सूचना जो है वो किया। जी ठीक है, शुक्रिया अमित इस जानकारी दे लई। ਤਾਂ ਸਾਡੇ ਸਹਿਯੋਗੀ ਅਮਿਤ ਸ਼ਰਮਾ ਜਿਸ ਤਰੀਕੇ ਨਾਲ ਦੱਸ ਰਹੇ ਸੀ, 3 ਦੀਆਂ ਲਾਸ਼ਾਂ ਬਾਹਰ ਕੱਢ ਲੀਆਂ ਗਈਆਂ ਨੇ, ਯਾਨੀ 3 ਦੀ ਮੌਤ ਹੋ ਚੁੱਕੀ ਹੈ। ਜਿਹੜੇ 7 ਨੌਜਵਾਨ ਲਾਪਤਾ ਸੀ ਜਿਨ੍ਹਾਂ ਨੂੰ ਲੱਭਣ ਦੇ ਲਈ ਗੋਤਾਖੋਰ ਲੱਗੇ ਹੋਏ ਨੇ, 3 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਨੇ, 4 ਦਾ ਹਲੇ ਤੱਕ ਕੋਈ ਪਤਾ ਨਹੀਂ। 11 ਕੁੱਲ ਨੌਜਵਾਨ ਸੀ ਇਹ ਜਿਹੜੇ ਗੋਬਿੰਦ ਸਾਗਰ ਝੀਲ ਦੇ ਵਿੱਚ ਨਹਾਉਣ ਦੇ ਲਈ ਉਤਰੇ ਸੀ, ਪਰ ਪਾਣੀ ਡੂੰਘਾ ਸੀ। 4 ਤੇ ਫਟਾਫਟ ਬਾਹਰ ਆ ਗਏ, ਉਹ ਤੇ ਬਚ ਗਏ।
7 ਨੌਜਵਾਨ ਸੀ ਜਿਹੜੇ ਉਹ ਝੀਲ ਦੇ ਵਿੱਚ ਡੁੱਬ ਗਏ, ਜਿਹਦੇ ਚੋਂ 3 ਦੀਆਂ ਲਾਸ਼ਾਂ ਬਾਹਰ ਕੱਢ ਲਈਆਂ ਗਈਆਂ ਨੇ। ਸਾਰੇ ਨੌਜਵਾਨ ਬਨੂੜ ਦੇ ਰਹਿਣ ਵਾਲੇ ਨੇ। ਮੋਹਾਲੀ ਦੇ ਬਿਲਕੁਲ ਨਜ਼ਦੀਕ ਪੈਂਦਾ ਜਿਹੜਾ ਛੋਟਾ ਜਿਹਾ ਕਸਬਾ ਹੈ ਬਨੂੜ, ਉੱਥੋਂ ਦੇ ਇਹ ਸਾਰੇ ਰਹਿਣ ਵਾਲੇ ਸੀ। ਨੌਜਵਾਨ ਬਾਬਾ ਬਾਲਕ ਨਾਥ ਦੀ ਯਾਤਰਾ ਦੇ ਲਈ ਜਾ ਰਹੇ ਸੀ ਔਰ ਰਸਤੇ ਦੇ ਵਿੱਚ ਉਹਨਾਂ ਗੋਬਿੰਦ ਸਾਗਰ ਝੀਲ ਦੇ ਕੋਲ ਰੁਕੇ, ਉੱਥੇ ਨਹਾਉਣ ਲਈ ਉਤਰੇ ਔਰ ਉੱਥੇ ਇਹ ਦਰਦਨਾਕ ਹਾਦਸਾ ਵਾਪਰ ਗਿਆ। ये साफ बताए हैं। कहाँ के रहने वाले हैं सर? ये मोहाली बनूड़ है, मोहाली डिस्ट्रिक्ट पड़ता है इनका पंजाब में जी। तो ये बच्चे जैसा कि आपको बताया यहाँ आए और नहाने पर गए, तो जैसे एक अंदर चला गया थोड़ा गहरे पानी की ओर, दूसरों ने चैन बनाई उसको और उसी चक्कर में सारे चले गए। किस एज ग्रुप के बच्चे? एज ग्रुप के मोस्टली तो 14 से 18 के बीच हैं। एक आदमी है वो 30-32 साल का। क्या ये स्कूली स्टूडेंट्स हैं सर या किसी ट्रिप में आए थे यहाँ पे? ये घूमने आए थे। अब ये तो ज्यादा मुझे नहीं पता क्या होता, लेकिन एक लड़का है और ये देखिए 16 और 19 के बीच के हैं 6 आदमी, एक 35 साल का है। और मैं ऊना से यहाँ पर मौके पर पहुँचा हूँ और अभी हमने जो है BBMB से जो गोताखोर है उनके साथ किया है और उनको बुलाया है यहाँ पर। यहाँ हमने लोकल हेल्प से भी इनको ढूंढने की कोशिश की, लेकिन ये पानी बड़ा गहरा है और अभी तक कुछ पता नहीं चल रहा। तो जैसे ही गोताखोर आते हैं तो फर्दर जो भी है उनको ढूंढने की कोशिश करेंगे। ਤਾਂ ਕੁਝ ਸਮਾਂ ਪਹਿਲਾਂ ਦੀਆਂ ਤਸਵੀਰਾਂ ਸੀ। ਉਸ ਤੋਂ ਬਾਅਦ ਗੋਤਾਖੋਰ ਬੁਲਾਏ ਗਏ ਨੇ। 3 ਲਾਸ਼ਾਂ ਨੂੰ ਕੱਢ ਲਿਆ ਗਿਆ ਹੈ। ਟਵੀਟ ਕੀਤਾ ਹੈ ਸੁਖਬੀਰ ਸਿੰਘ ਬਾਦਲ ਨੇ ਔਰ ਲਿਖਿਆ ਹੈ ਕਿ ਲਾਪਤਾ ਹੋਏ ਨੌਜਵਾਨਾਂ ਦੇ ਲਈ ਅਰਦਾਸ ਕਰੀਏ। ਇਹ ਲਿਖਿਆ ਗਿਆ ਹੈ। 7 ਨੌਜਵਾਨਾਂ ਦੇ ਲਾਪਤਾ ਹੋਣ ਦੀ ਖਬਰ ਸੀ, ਪਰ ਉਸ ਦੇ ਵਿੱਚੋਂ 3 ਦੀਆਂ ਲਾਸ਼ਾਂ ਬਰਾਮਦ ਹੋ ਗਈਆਂ ਨੇ। ਇਹ ਤਾਜ਼ਾ ਅਪਡੇਟ ਹੈ ਜੋ ਸਾਡੇ ਸਹਿਯੋਗੀ ਅਮਿਤ ਸ਼ਰਮਾ ਹੁਣੇ ਉਹਨਾਂ ਤੋਂ ਦੇ ਰਹੇ ਸੀ ਕਿ 3 ਦੀਆਂ ਲਾਸ਼ਾਂ ਕੱਢ ਲਈਆਂ ਗਈਆਂ ਨੇ ਗੋਤਾਖੋਰਾਂ ਵੱਲੋਂ। ਬਾਕੀ 4 ਦੀ ਭਾਲ ਜਾਰੀ ਹੈ। ਡੂੰਘੇ ਪਾਣੀ ਦੇ ਵਿੱਚ ਨਹਾਉਣ ਉਤਰੇ ਸੀ। ਗੋਬਿੰਦ ਸਾਗਰ ਝੀਲ ਹੈ, ਊਨਾ ਡਿਸਟ੍ਰਿਕਟ ਪੈਂਦੀ ਹੈ ਉੱਥੇ, ਔਰ ਰਸਤੇ ਦੇ ਵਿੱਚ ਝੀਲ ਦੇਖ ਕੇ ਰੁਕ ਗਏ, ਉੱਥੇ ਨਹਾਉਣ ਲੱਗੇ। ਇੱਕ ਨੌਜਵਾਨ ਜਿਹੜਾ ਸੀ ਉਹ ਡੂੰਘੇ ਪਾਣੀ ਚਲਾ ਗਿਆ ਔਰ ਉਸਦੇ ਪਿੱਛੇ ਬਾਕੀ ਵੀ ਚਲੇ ਗਏ। ਬਾਕੀਆਂ ਨੂੰ ਜਿਹੜੇ ਪਿੱਛੇ ਸੀ ਸਭ ਤੋਂ, ਉਹਨਾਂ ਨੂੰ ਅਹਿਸਾਸ ਹੋਇਆ ਤਾਂ ਉਹ ਫਟਾਫਟ 4 ਜਣੇ ਜਿਹੜੇ ਸੀ ਉਹ ਬਚ ਗਏ, ਬਾਹਰ ਆ ਗਏ ਔਰ ਬਾਕੀ 7 ਉਸ ਡੂੰਘੇ ਪਾਣੀ ਦੇ ਵਿੱਚ ਰੁੜ ਗਏ। ਔਰ ਉਸ ਤੋਂ ਬਾਅਦ ਲਗਾਤਾਰ ਸਥਾਨਕ ਲੋਕਾਂ ਨੇ ਵੀ ਕੋਸ਼ਿਸ਼ ਕੀਤੀ, ਕੁਝ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ, ਪਰ ਗੋਤਾਖੋਰਾਂ ਦੀ ਮਦਦ ਤੋਂ ਬਿਨਾਂ ਇਹ ਸੰਭਵ ਨਹੀਂ ਸੀ ਉਹਨਾਂ ਨੂੰ ਕੱਢਣਾ। ਸੋ ਤਸਵੀਰਾਂ ਅਸੀਂ ਦਿਖਾ ਰਹੇ ਹਾਂ, ਹੋਰ ਵੀ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਵਾਂਗੇ। 3 ਨੌਜਵਾਨਾਂ ਦੀਆਂ ਲਾਸ਼ਾਂ ਕੱਢ ਲਈਆਂ ਗਈਆਂ ਨੇ। 3 ਨੌਜਵਾਨਾਂ ਦੀਆਂ, ਜਿਵੇਂ ਅਮਿਤ ਸ਼ਰਮਾ ਸਾਡੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਕਿ 3 ਦੀਆਂ ਲਾਸ਼ਾਂ ਕੱਢ ਲਈਆਂ ਗਈਆਂ ਨੇ ਔਰ 4 ਦੀ ਭਾਲ ਜਾਰੀ ਹੈ। 4 ਨੌਜਵਾਨਾਂ ਦਾ ਹਾਲੇ ਤੱਕ ਕੋਈ ਪਤਾ ਨਹੀਂ। ਗੋਤਾਖੋਰ ਲੱਗੇ ਹੋਏ ਨੇ। ਡੂੰਘੇ ਪਾਣੀ ਦੇ ਵਿੱਚ ਇਹ ਉਤਰੇ ਸੀ ਨੌਜਵਾਨ ਨਹਾਉਣ ਵਾਸਤੇ। ਮੋਹਾਲੀ ਦੇ ਬਨੂੜ ਇਲਾਕੇ ਦੇ ਦੱਸੇ ਜਾ ਰਹੇ ਨੇ। ਮੋਹਾਲੀ ਦਾ ਬਨੂੜ ਇਲਾਕਾ ਹੈ ਜਿੱਥੋਂ ਦੇ ਰਹਿਣ ਵਾਲੇ ਨੇ ਔਰ ਇਹ ਵੀ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿ ਬਾਬਾ ਬਾਲਕ ਨਾਥ ਦੀ ਯਾਤਰਾ ਲਈ ਜਾ ਰਹੇ ਸੀ। ਰਸਤੇ ਦੇ ਵਿੱਚ ਰੁਕਦੇ ਨੇ ਪਾਣੀ ਦੇ ਵਿੱਚ ਇਹਨਾਂ ਚੋਂ, ਔਰ ਇਹਨਾਂ ਸਭ ਦੀ ਉਮਰ ਜਿਹੜੀ ਹੈ ਉਹ 16 ਤੋਂ 19 ਸਾਲ ਦੱਸੀ ਗਈ ਹੈ। ਸਿਰਫ ਇੱਕ ਵਿਅਕਤੀ ਜਿਹੜਾ ਹੈ ਉਹ 35-36 ਸਾਲ ਦੀ ਉਮਰ ਹੈ ਇਹਨਾਂ ਦੇ ਨਾਲ ਜਿਹੜਾ ਸੀਗਾ। ਬਾਕੀ ਸਾਰੇ 16 ਤੋਂ 19 ਸਾਲ ਦੇ ਨੇ। ਉਹਦੇ ਵਿੱਚ 4 ਨੌਜਵਾਨ ਸੀ ਜਿਹੜੇ ਉਹ ਬਾਹਰ ਆ ਗਏ। ਇਹ ਤਸਵੀਰਾਂ ਵੀ ਅਸੀਂ ਦਿਖਾ ਰਹੇ ਹਾਂ, ਜਿਹੜੇ ਬੈਠੇ ਨੇ ਔਰ ਟੈਲੀਫੋਨ ਤੇ ਗੱਲਬਾਤ ਕਰ ਰਹੇ ਨੇ। ਉਹ ਨੌਜਵਾਨ ਜਿਹੜੇ 4 ਸੀ ਉਹ ਫਟਾਫਟ ਬਾਹਰ ਆ ਗਏ ਔਰ ਬਾਕੀ ਜਿਹੜੇ 7 ਸੀ ਉਹ ਪਾਣੀ ਦੇ ਵਿੱਚ ਰੁੜ ਗਏ, ਡੂੰਘੇ ਪਾਣੀ ਦੇ ਵਿੱਚ। ਇਹ ਉਹ ਨੌਜਵਾਨ ਨੇ ਜਿਹੜੇ ਨਜ਼ਰ ਆ ਰਹੇ ਨੇ। 3 ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਨੇ, ਕੱਢੀਆਂ ਜਾ ਚੁੱਕੀਆਂ ਨੇ ਔਰ 4 ਦੀ ਭਾਲ ਜਾਰੀ ਹੈ। ਗੋਬਿੰਦਨਾਥ ਮੰਦਿਰ ਹੈ ਉੱਥੇ, ਜਿਹਦੇ ਬਿਲਕੁਲ ਨਾਲ ਲੱਗਦੀ ਇਹ ਝੀਲ ਹੈ ਔਰ ਜਦੋਂ ਇਹ ਨੌਜਵਾਨ ਉੱਥੇ ਜਾ ਰਹੇ ਸੀ ਤਾਂ ਇਹ ਝੀਲ ਦੇਖ ਕੇ ਉੱਥੇ ਨਹਾਉਣ ਦੇ ਲਈ ਰੁਕ ਗਏ। ਡੂੰਘਾਈ ਦਾ ਅੰਦਾਜ਼ਾ ਨਹੀਂ ਸੀ, ਕਿੰਨੀ ਡੂੰਘੀ ਹੈ ਇਸ ਬਾਰੇ ਇਹਨਾਂ ਨੂੰ ਪਤਾ ਨਹੀਂ ਸੀ ਔਰ ਇਹ ਜਦੋਂ ਪਾਣੀ ਦੇ ਵਿੱਚ ਉਤਰੇ ਤਾਂ ਇੱਕ ਨੌਜਵਾਨ ਜ਼ਿਆਦਾ ਡੂੰਘਾਈ 'ਚ ਚਲਾ ਗਿਆ, ਉਸਦੇ ਪਿੱਛੇ ਬਾਕੀ ਵੀ ਸਾਰੇ ਇਸ ਡੂੰਘੇ ਪਾਣੀ ਦੇ ਵਿੱਚ ਗਵਾਚ ਗਏ। ਸੋ ਬਾਕੀ ਜਿਹੜੇ 4 ਸੀ ਉਹ ਫਟਾਫਟ ਬਾਹਰ ਆਏ, ਉਹ ਬਚ ਗਏ ਔਰ ਉਹਨਾਂ ਵੱਲੋਂ ਹੀ ਇਸ ਬਾਬਤ ਪੂਰੀ ਜਾਣਕਾਰੀ ਦਿੱਤੀ ਗਈ ਕਿ ਉਹ ਮੋਹਾਲੀ ਤੋਂ ਆਏ ਨੇ, ਡਿਸਟ੍ਰਿਕਟ ਮੋਹਾਲੀ ਦੇ ਨੇ, ਬਨੂੜ ਦੇ ਰਹਿਣ ਵਾਲੇ ਨੇ, ਗੋਬਿੰਦ ਸਾਗਰ ਝੀਲ ਦੇ ਵਿੱਚ ਰੁਕੇ ਸੀ ਔਰ ਬਾਬਾ ਬਾਲਕ ਨਾਥ ਦੀ ਯਾਤਰਾ ਲਈ ਜਾ ਰਹੇ ਸੀ। ਸੋ ਇਹ ਤਸਵੀਰਾਂ ਨੇ ਇੱਕ ਬੇहद ਦਰਦਨਾਕ ਹਾਦਸੇ ਦੀਆਂ, ਬੇहद ਮੰਦਭਾਗੇ ਹਾਦਸੇ ਦੀਆਂ। 11 ਨੌਜਵਾਨ ਮੋਹਾਲੀ ਜ਼ਿਲ੍ਹੇ ਦੇ ਘੁੰਮਣ ਦੇ ਲਈ ਜਾਂਦੇ ਨੇ ਔਰ ਰਸਤੇ ਦੇ ਵਿੱਚ ਰੁਕਦੇ ਨੇ ਨਹਾਉਣ ਦੇ ਲਈ ਔਰ ਉੱਥੇ ਇਹ ਦਰਦਨਾਕ ਹਾਦਸਾ ਵਾਪਰ ਜਾਂਦਾ ਹੈ। ਸੋ
ਚਾਰ ਜਿਹੜੇ ਸੀ ਉਹ ਬਚ ਕੇ ਬਾਹਰ ਆ ਗਏ, 3 ਦੀ ਮੌਤ ਹੋ ਗਈ ਹੈ ਔਰ 4 ਦੀ ਭਾਲ ਕੀਤੀ ਜਾ ਰਹੀ ਹੈ। ਸੁਖਬੀਰ ਬਾਦਲ ਵੱਲੋਂ ਇੱਕ ਟਵੀਟ ਕੀਤਾ ਗਿਆ ਔਰ ਉਹਨਾਂ ਨੇ ਲਿਖਿਆ ਹੈ ਕਿ ਲਾਪਤਾ ਹੋਏ ਨੌਜਵਾਨਾਂ ਲਈ ਅਸੀਂ ਅਰਦਾਸ ਕਰੀਏ ਕਿ ਉਹ ਸਹੀ ਸਲਾਮਤ ਲੱਭ ਜਾਣ। ਪਰ 3 ਦੀਆਂ ਲਾਸ਼ਾਂ ਜਿਹੜੀਆਂ ਨੇ ਉਹ ਮਿਲ ਚੁੱਕੀਆਂ ਨੇ, 4 ਦਾ ਹਜੇ ਕੁਝ ਵੀ ਪਤਾ ਨਹੀਂ ਚੱਲ ਰਿਹਾ ਔਰ ਉਹਨਾਂ ਬਾਰੇ ਉਮੀਦ ਬਹੁਤ ਘੱਟ ਹੈ ਕਿ ਉਹਨਾਂ ਚੋਂ ਸ਼ਾਇਦ ਕੋਈ ਬਚਿਆ ਹੋਏਗਾ, ਕਿਉਂਕਿ ਜਿਸ ਤਰੀਕੇ ਨਾਲ ਇਹ ਹਾਦਸਾ ਵਾਪਰਿਆ ਹੈ 7 ਨੌਜਵਾਨ ਪਾਣੀ ਦੇ ਵਿੱਚ ਰੁੜੇ ਨੇ ਔਰ ਗੋਤਾਖੋਰਾਂ ਨੂੰ ਬੁਲਾਇਆ ਗਿਆ ਤੇ ਗੋਤਾਖੋਰ ਹੁਣ ਲਾਸ਼ਾਂ ਲੱਭ ਰਹੇ ਨੇ। 3 ਲਾਸ਼ਾਂ ਹੁਣ ਤੱਕ ਬਰਾਮਦ ਹੋ ਚੁੱਕੀਆਂ ਨੇ। ਸੋ ਉਹਨਾਂ ਦੇ ਪਰਿਵਾਰਾਂ ਨੂੰ ਦੱਸ ਦਿੱਤਾ ਗਿਆ ਹੈ, ਉਹਨਾਂ ਦੇ ਪਰਿਵਾਰਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਜਿਹੜੇ ਨੌਜਵਾਨ ਗਏ ਸੀ ਬਾਬਾ ਬਾਲਕ ਨਾਥ ਦੀ ਯਾਤਰਾ ਤੇ, ਜਿਵੇਂ ਉੱਥੇ ਜਿਹੜੇ ਲੋਕਲ ਲੋਕ ਨੇ, ਸਥਾਨਕ ਲੋਕ ਦੱਸ ਰਹੇ ਸੀ, ਜਾਂ ਜਿਹੜੇ 4 ਨੌਜਵਾਨ ਉਹਨਾਂ ਦੇ ਨਾਲ ਬਚੇ ਨੇ ਉਹਨਾਂ ਵੱਲੋਂ ਦੱਸਿਆ ਗਿਆ ਹੈ ਔਰ 7 ਜਿਹੜੇ ਸੀ ਉਹ ਪਾਣੀ ਦੇ ਵਿੱਚ ਰੁੜ ਗਏ। ਹੁਣ ਤੱਕ ਦਾ ਰੈਸਕਿਊ ਆਪਰੇਸ਼ਨ ਜਿਹੜਾ ਹੈ ਉਹ ਚੱਲ ਰਿਹਾ ਹੈ। ਤਸਵੀਰਾਂ ਅਸੀਂ ਦਿਖਾ ਰਹੇ ਹਾਂ ਔਰ ਇਸ ਦੇ ਵਿੱਚ 3 ਨੌਜਵਾਨਾਂ ਦੀਆਂ ਲਾਸ਼ਾਂ ਹੁਣ ਤੱਕ ਕੱਢੀਆਂ ਗਈਆਂ ਨੇ। ਸੋ ਉਹਨਾਂ ਦੇ ਵਿੱਚ ਦਰਦਨਾਕ ਹਾਦਸਾ ਵਾਪਰਿਆ है, जिथों ਦੀਆਂ तस्वीरां ਅਸੀਂ लगातार दिखा रहे हैं। बताए गए सर, ये 7 बताए हैं। कहाँ के रहने वाले हैं सर? ये मोहाली बनूड़ है, मोहाली डिस्ट्रिक्ट पड़ता है इनका पंजाब में जी। तो ये बच्चे जैसा कि आपको बताया यहाँ आए और नहाने पड़ गए, तो जैसे एक अंदर चला गया थोड़ा गहरे पानी की ओर, उसमें चैन बनाई और उसी चक्कर में सारे। किस एज ग्रुप के? एज ग्रुप के मोस्टली तो 14 से 18 के बीच हैं। एक आदमी है वो 30-32 साल का। क्या ये स्कूली स्टूडेंट्स हैं सर या किसी ट्रिप में आए थे यहाँ पे? ये घूमने आए थे। अब ये तो ज्यादा मुझे नहीं पता क्या, लेकिन एक लड़का है और ये देखिए 16 और वीरेंद्र कंवर जुड़े हैं हमारे साथ, कैबिनेट मिनिस्टर हैं, उस इलाके से ताल्लुक रखते हैं। कंवर साहब, अभी तक क्या जानकारी आपके पास पहुंच पाई है? जैसे हम तस्वीरें देख पा रहे हैं कि 7 नौजवान जो हैं वो डूब गए पानी में और तलाश चल रही है। ये जो अपने बच्चे थे ये जी घूमने के लिए वहां आए थे जी। तो 7 जो थे वो एक तरफ नहाने निकले और 4 एक तरफ जी। 7 में से एक जो था वो कहीं आगे चला गया गहरे पानी में जी, और उसको बचाने के चक्कर में उन्होंने चेन बना करके जो था उसको पकड़ने की कोशिश की जी, लेकिन वो तकरीबन जो 7 बच्चे थे उसमें डूब गए जी। और ये दुखद घटना जो है वो घटी है। हालांकि प्रशासन तुरंत जो था वो वहां पर मौके पर पहुंचा, डाइवर जो था वो बुला लिया गया था जी, लेकिन उन बच्चों को जो था वो नहीं बचाया जा सका, क्योंकि ये जो झील है जी ये कोई नहाने योग्य नहीं है। लेकिन कई जिसको इसकी जानकारी नहीं होती है वो अक्सर यहाँ पर, हालांकि कई जगह पर जो है वो वार्निंग भी दी जाती है कि वो ऐसा ना करें यहाँ पर। तो यहाँ पे ऐसी कोई वार्निंग नहीं थी सर? जो ये जो अब हर जगह तो नहीं किया जा सकता ना वार्निंग जी, लेकिन जगह मुख्य स्थानों के ऊपर जी हमने जो है वो लिख करके रखा हुआ है। भरमौती में जहाँ लोग स्नान करने के लिए आते हैं जी, तो हमने उतना उसको रिस्ट्रिक्टेड एरिया किया हुआ है जी, कोई आगे ना जाए। लेकिन आगे जाने से जो है वो काफी डीप है ये, तो जिसके कारण अक्सर जो है वो डेथ्स होती हैं, ड्राउनिंग केस ज्यादा हो जाते हैं। तो इस करके ये बड़ी दुखद घटना है कि वो बच्चे यहाँ पर नहाने के लिए गए और बचाया तो अभी तक कंवर साहब रेस्क्यू ऑपरेशन किस तरीके से चला? आपकी तरफ से क्या इंस्ट्रक्शंस हैं अभी तक? जी, अभी तक रेस्क्यू ऑपरेशन को लेकर क्या किस तरीके से चल रहा है? अब उसकी जो है वो बॉडीज जो है वो निकाल ली गई हैं। मौके पर हमारे सब डिविजनल मजिस्ट्रेट वहाँ पर है, पुलिस वहाँ पर है। सभी की बॉडीज निकाल ली गई है? हाँ जी, सभी की निकाल ली गई जी, जिसकी जानकारी है जी। तो अभी क्या उनके परिवारों से कोई कांटेक्ट हो पाया है सर? प्रशासन ने उनके परिवारों से, मेरी अभी एसडीएम साहब से, मैं तो बाहर गया हूँ, मैं आउट ऑफ स्टेट हूँ जी, लेकिन मेरी प्रशासन से जो है वो बातचीत हुई है जी। तो उन्होंने कहा कि परिवारों से जो है वो कांटेक्ट किया जा रहा है।
ਠੀਕ ਹੈ, ਸ਼ੁਕਰੀਆ ਸਰ। ਸਾਡੇ ਨਾਲ ਗੱਲਬਾਤ ਕਰਨ ਲਈ ਜੁੜਨ ਲਈ ਵਰਿੰਦਰ ਕੰਵਰ ਕੈਬਨਿਟ ਮਿਨਿਸਟਰ ਹਿਮਾਚਲ ਪ੍ਰਦੇਸ਼ ਸਾਡੇ ਨਾਲ ਜੁੜੇ ਸੀ, ਉਸੇ ਇਲਾਕੇ ਤੋਂ ਬਿਲੋਂਗ ਕਰਦੇ ਨੇ ਔਰ ਉਹਨਾਂ ਦੇ ਕੋਲ ਜੋ ਇਨਫੋਰਮੇਸ਼ਨ ਹੈ ਉਹ ਜਾਣਕਾਰੀ ਦੇ ਰਹੇ ਨੇ ਕਿ ਸਾਰਿਆਂ ਦੀਆਂ ਜਿਹੜੀਆਂ ਲਾਸ਼ਾਂ ਨੇ ਉਹਨਾਂ ਨੂੰ ਕੱਢ ਲਿਆ ਗਿਆ ਹੈ, ਸਾਰਿਆਂ ਨੂੰ ਰਿਕਵਰ ਕਰ ਲਿਆ ਗਿਆ ਹੈ ਕਿਉਂਕਿ ਐਡਮਿਨਿਸਟ੍ਰੇਸ਼ਨ ਦੇ ਨਾਲ ਟੱਚ 'ਚ ਨੇ ਔਰ ਐਡਮਿਨਿਸਟ੍ਰੇਸ਼ਨ ਉਹਨਾਂ ਨੂੰ ਸਥਾਨਕ ਪ੍ਰਸ਼ਾਸਨ ਜਿਹੜਾ ਹੈ ਉਹ ਜਾਣਕਾਰੀ ਦੇ ਰਿਹਾ ਹੈ ਰੈਸਕਿਊ ਆਪਰੇਸ਼ਨ ਦੀ। ਜਿਵੇਂ ਉਹਨਾਂ ਨੇ ਦੱਸਿਆ ਕਿ ਇਹ ਜਿਹੜੀ ਝੀਲ ਹੈ ਜਾਂ ਇਹ ਜਿਹੜਾ ਇਲਾਕਾ ਹੈ ਇਹ ਨਹਾਉਣ ਵਾਲਾ ਨਹੀਂ ਹੈ, ਇਹ ਉੱਥੇ ਨਹਾ ਨਹੀਂ ਸਕਦੇ ਕਿਉਂਕਿ ਇਹ ਡੂੰਘਾ ਹੈ ਔਰ ਖਤਰਨਾਕ ਏਰੀਆ ਪੈਂਦਾ ਹੈ। ਇਸ ਕਰਕੇ ਬਹੁਤ ਸਾਰੇ ਥਾਵਾਂ ਤੇ ਵਾਰਨਿੰਗ ਜਿਹੜੀ ਹੈ ਉਹ ਬੋਰਡ ਸਾਈਨ ਬੋਰਡ ਲੱਗੇ ਹੁੰਦੇ ਨੇ, ਵਾਰਨਿੰਗ ਬੋਰਡ ਲੱਗੇ ਹੁੰਦੇ ਨੇ ਕਿ ਇੱਥੇ ਨਾ ਜਾਇਆ ਜਾਵੇ, ਪਾਣੀ ਡੂੰਘਾ ਹੈ ਆਮ ਤੌਰ ਤੇ। ਪਰ ਇਹ ਜਿਸ ਜਗ੍ਹਾ ਤੇ ਇਹ ਨੌਜਵਾਨ ਗਏ ਉੱਥੇ ਕੋਈ ਬੋਰਡ ਨਹੀਂ ਲੱਗਿਆ ਸੀ, ਸੋ ਉਸ ਤਰੀਕੇ ਨਾਲ ਇਹ ਉੱਥੇ ਚਲੇ ਗਏ। ਇੱਕ ਨੌਜਵਾਨ ਜਿਹੜਾ ਸੀ ਉਹ ਡੂੰਘੇ ਪਾਣੀ ਦੇ ਵਿੱਚ ਉਤਰ ਗਿਆ ਔਰ ਜਦੋਂ ਡੁੱਬਣ ਲੱਗਿਆ ਤਾਂ ਇਹਨਾਂ ਨੇ ਇੱਕ ਚੇਨ ਬਣਾਈ ਤੇ ਇਹ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਬਾਕੀ 6 ਔਰ ਉਹ 6 ਵੀ ਨਾਲ ਹੀ ਉਸਦੇ ਰੁੜ ਗਏ। 4 ਨੌਜਵਾਨ ਸੀ ਜਿਹੜੇ ਉਹ ਦੂਸਰੇ ਪਾਸੇ ਉਤਰੇ ਸੀ, ਉੱਥੇ ਪਾਣੀ ਡੂੰਘਾ ਨਹੀਂ ਸੀ, ਇਸ ਕਰਕੇ ਉਹ 4 ਨੌਜਵਾਨ ਬਚ ਗਏ ਔਰ ਉਹ ਬਾਹਰ ਆ ਗਏ ਔਰ ਬਾਕੀ ਦੇ 7 ਜਿਹੜੇ ਉਹਨਾਂ ਦੇ ਨਾਲ ਦੇ ਸਾਥੀ ਸੀ ਉਹ ਇਸ ਝੀਲ ਦੇ ਵਿੱਚ ਡੁੱਬ ਗਏ ਔਰ ਉਹਨਾਂ ਦੀਆਂ ਲਾਸ਼ਾਂ ਮਿਲ ਗਈਆਂ ਨੇ। ਇਹ ਜਾਣਕਾਰੀ ਹੁਣੇ ਹਿਮਾਚਲ ਦੇ ਕੈਬਨਿਟ ਮੰਤਰੀ ਵਰਿੰਦਰ ਕੰਵਰ ਦੇ ਰਹੇ ਸੀ ਕਿ ਰੈਸਕਿਊ ਆਪਰੇਸ਼ਨ ਚਲਾਇਆ ਗਿਆ, ਡਾਈਵਰਸ ਬੁਲਾਏ ਗਏ, ਗੋਤਾਖੋਰ ਬੁਲਾਏ ਗਏ ਔਰ ਉਹਨਾਂ ਵੱਲੋਂ ਇਹਨਾਂ ਦੀਆਂ ਲਾਸ਼ਾਂ ਲੱਭੀਆਂ ਗਈਆਂ ਨੇ। ਸੋ ਇੱਕ ਬੇहद ਮੰਦਭਾਗੀ ਘਟਨਾ, ਬੇहद ਦਰਦਨਾਕ ਘਟਨਾ ਹਿਮਾਚਲ ਪ੍ਰਦੇਸ਼ ਦੇ ਊਨਾ ਦੇ ਵਿੱਚ ਵਾਪਰੀ ਹੈ। ਪੰਜਾਬ ਦੇ ਨੌਜਵਾਨ ਨੇ, ਮੋਹਾਲੀ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਨੇ। 7 ਨੌਜਵਾਨ ਉਹਨਾਂ ਦੀ ਮੌਤ ਹੋ ਗਈ ਹੈ ਔਰ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਉਹ ਗੋਤਾਖੋਰਾਂ ਵੱਲੋਂ ਕੱਢੀਆਂ ਗਈਆਂ ਨੇ। ਇਹ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਹੈ। ਸਾਰੇ ਮੋਹਾਲੀ ਦੇ ਬਨੂੜ ਦੇ ਰਹਿਣ ਵਾਲੇ ਨੇ ਔਰ ਮਿਨਿਸਟਰ ਜਿਵੇਂ ਜਾਣਕਾਰੀ ਦੇ ਰਹੇ ਸੀ, ਸਾਡੇ ਕੋਲੇ ਅਪਡੇਟ ਆ ਰਹੀ ਹੈ ਕਿ 6 ਨੌਜਵਾਨਾਂ ਦੀਆਂ ਲਾਸ਼ਾਂ ਕੱਢ ਲਈਆਂ ਗਈਆਂ ਨੇ। ਸਿਰਫ ਇੱਕ ਦੀ ਤਲਾਸ਼ ਹੈ, 6 ਨੌਜਵਾਨਾਂ ਦੀਆਂ ਲਾਸ਼ਾਂ ਕੱਢ ਲਈਆਂ ਗਈਆਂ ਨੇ ਔਰ ਇੱਕ ਨੌਜਵਾਨ ਔਰ ਜਿਵੇਂ ਉਮਰ ਉਹਨਾਂ ਨੇ ਦੱਸੀ ਕਿ 16 ਤੋਂ 19 ਸਾਲ ਦੇ ਸਾਰੇ ਜਿਹੜੇ ਨੌਜਵਾਨ ਸੀ, 16 ਤੋਂ 19 ਸਾਲ ਦੇ। ਤਾਂ ਸਾਡੇ ਨਾਲ ਹਿਮਾਚਲ ਦੇ ਆਪੋਜੀਸ਼ਨ ਲੀਡਰ जुड़े ने, मुकेश अग्निहोत्री ਸਾਡੇ ਨਾਲ जुड़े ने। मुकेश जी, आपके पास क्या इंफॉर्मेशन है अभी तक? जैसे हम अभी बात कर रहे थे कि वहां पे कोई वार्निंग बोर्ड नहीं था और वरिंदर कंवर जी अभी बता रहे थे कि हम हर जगह बोर्ड नहीं लगा सकते, तो कुछ नौजवान वहां नहाने चले गए और ये हादसा हो गया। देखिए, ये बहुत ही संवेदनहीन बात ने अगर ऐसा कहा है जी, क्योंकि 7 लोगों के जीवन का सवाल है जी और यहाँ पे मालूम है कि यहाँ टूरिस्ट आ रहे हैं, लगातार आ रहे हैं जी और यहाँ पे जो प्रोटेक्टिव मेजर्स लेने हैं वो लिए जाने चाहिए। और हमारा तो ये मानना है कि जब तक आपके पास डाइवर्स वगैरह अवेलेबल नहीं है, आप कैसे लोगों को जो है अंदर जाने देते हैं जी। आपके पास पूरा सेटअप होना चाहिए वहाँ पे, सिर्फ पब्लिसिटी के लिए काम नहीं होना चाहिए कि जी वहाँ पे टूरिस्ट आ रहे हैं। टूरिस्ट को कहाँ जाना है, कहाँ नहीं जाना है, बाहर से लोग आ रहे हैं, इस बात के लिए जो है वार्निंग जो है सिग्नल्स उनको मिलने चाहिए। और ये बहुत दुखद घटना हो गई है कि एक बच्चे को बचाने के लिए बाकी सब जो है साथ में डूब गए हैं। ये हमें बहुत दुख हो रहा है इस घटना का। और हमारा अब तो पहले तो ये है कि प्रशासन जो है जो कदम उठा सकता है इस समय वो उठाएं, लेकिन यहाँ पे जी बार हादसे हो और यहाँ पे कौन चला रहा है ये काम? लोग अगर वहाँ पे जाते हैं क्या कहाँ जाते हैं, वो कौन होटलियर्स वगैरह हैं उन पे कर रखे हैं जी। अभी लोगों जी अभी जैसे हमारी बात हो रही थी वरिंदर कंवर जी से, तो वो उन्होंने कहा कि मंदिर के जो आसपास, हमने ये सवाल पूछा उनसे, तो उन्होंने कहा कि मंदिर के आसपास जहां लोग स्नान करते हैं वहां तो हमने लिखा हुआ है, लेकिन क्योंकि इतनी लंबी झील है तो हर जगह ये लगाना पॉसिबल नहीं है। इस तरीके से वो नहीं ऐसा है कि ये गैर
गैर जिम्मेदाराना बयान है मंत्री जी का जी। और ये तो जब वहां जाते हुए सड़कों पर दोनों तरफ जगह जगह अंकित किया जाना चाहिए कि पानी गहरा है और इससे बचाव के लिए क्या किया जाना है। और ये बात सरकारें कहने लग पड़े कि हमें बोर्ड नहीं लगा सकते, हम जो है बचाव के लिए डाइवर्स नहीं वहाँ पे तैनात रख सकते, या जो प्राइवेट लोग हैं जो वहाँ कारोबार चला रहे हैं उन लोगों को भी कहा जा सकता है कि भाई आप लोग जो हैं अगर यहाँ पे प्रॉफिट अर्निंग कोई कारोबार कर रहे हैं तो कम से कम लोगों के जान मान का ख्याल रखा जाना चाहिए। लेकिन इस समय तो मैं इससे ज्यादा ये समझता हूँ कि 7 लोग डूब गए हैं, बहुत दुखद घटना हो गई है जी। और वो लोग देवभूमि में आए थे, पर्यटक स्थल के लिए आए थे और जान गंवा के जा रहे हैं। ये दुखद मसला है। शुक्रिया मुकेश जी साडे नाल जुड़न लई, गलबात करन लई। मुकेश अग्निहोत्री ओपोजिशन लीडर ने हिमाचल दे विच, और उन्हां वल्लों सिद्धा इस लई सरकार ते सवाल चक्के गए ने कि जे हिमाचल प्रदेश वर्गा सूबा जो सिर्फ सैलानियां ते निर्भर करदा है, जिहड़े लोग हिमाचल प्रदेश चाहुंदे ने, और जे सरकार उन्हां दी जान माल दी सुरक्षा नहीं कर सकदी तां फिर सरकार ते सवाल है। और ये इलाका जिथे ये हादसा वापरिया, जिथे नौजवान डुब्बे ने, उत्थे कोई वार्निंग बोर्ड नहीं सी, कोई साइन बोर्ड नहीं सी, कोई वार्निंग बोर्ड नहीं सी जिस ते लिखिया गया होवे कि ये पानी डूंगा है और इत्थे जाना मना है। आम तौर पर जो इहो जिहियां जगह हुंदियां ने उत्थे अक्सर साइन बोर्ड लगे हुंदे ने, वार्निंग बोर्ड लगे हुंदे ने। पर हिमाचल दे कैबिनेट मिनिस्टर जिवें कह रहे सी हुणे, थोड़ी देर पहलां असीं उन्हां नाल गल कीती तां उन्हां ने कहा कि जिहड़ियां मेन थावां ने जिथे सैलानी आउंदे ने, मंदिर च मत्था टेकदे ने, उस तो बाद उतरदे ने, उत्थे असीं लिख के लगाया होया, पर हर थां क्योंकि झील बहुत लंमी है तो हर थां ते बोर्ड ला के नहीं लिखिया जा सकता। ये गल मिनिस्टर वालों कही गई थी। और मुकेश अग्निहोत्री जिहड़े ओपोजिशन लीडर ने, उन्होंने कहा कि ये सरकार का जिहड़ा ये रवैया है या ये बयान है ये बड़ा मंदभागा है। सरकारां नूं इस तरीके नाल रिएक्ट नहीं करना चाहिए, क्योंकि जिहड़ा सूबा निर्भर ही सैलानियां ते करदा है, जिहड़े लोग बाहरों हिमाचल आउंदे ने, उन्हां दी सुरक्षा जिहड़ी आ ओह सरकार दी जिम्मेवारी है। ये लाइव तस्वीरां ਅਸੀਂ ਦਿਖਾ ਰਹੇ ਹਾਂ ਮੌਕੇ ਦੀਆਂ ਇਹ ਤਸਵੀਰਾਂ ਨੇ 6 ਨੌਜਵਾਨਾਂ ਦੀ ਹੁਣ ਤੱਕ ਜੋ ਸਾਡੇ ਕੋਲੇ ਜਾਣਕਾਰੀ ਆ ਰਹੀ ਹੈ ਕਿ 6 ਨੌਜਵਾਨਾਂ ਦੀ ਜਿਹੜੀ ਮ੍ਰਿਤਕ ਦੇਹ ਹੈ ਉਸ ਨੂੰ ਕੱਢ ਲਿਆ ਗਿਆ ਹੈ, ਉਹਨਾਂ ਦੀਆਂ ਲਾਸ਼ਾਂ ਕੱਢ ਲਈਆਂ ਗਈਆਂ ਨੇ ਔਰ ਇੱਕ ਦੀ ਇੱਕ ਭਾਲ ਜਾਰੀ ਹੈ। ਜੋ ਹੁਣ ਤੱਕ ਦੀ ਜਾਣਕਾਰੀ ਹੈ ਕਿ ਇੱਕ ਦੀ ਭਾਲ ਜਾਰੀ ਹੈ। ਸਾਰਿਆਂ ਦੀ ਉਮਰ 16 ਤੋਂ 19 ਸਾਲ ਦੱਸੀ ਗਈ ਹੈ। 16 ਤੋਂ 19 ਸਾਲ ਦੇ ਇਹ ਨੌਜਵਾਨ ਨੇ ਔਰ ਉਸ ਦੇ ਵਿੱਚ ਇੱਕ ਵਿਅਕਤੀ ਜਿਹੜਾ ਹੈ ਉਸ ਦੀ ਉਮਰ 35-36 ਸਾਲ ਦੱਸੀ ਗਈ ਹੈ। और यह हादसा किस तरीके नाल वापरिया कि एक नौजवान जिहड़ा सी वो झील दे विच सब तो पहला नहाउण दे लई उतरिया और वो डूंगे पानी दे विच चला गया। जदों डुब्बन लगे तो बाकी 6 ने चेन बना के उसनूं बचाउण दी कोशिश कीती तां वो भी 6 दे 6 उसनूं बचाउंदे होए इस डूंगे पानी दे विच रुड़ गए और सारियां दी मौत हो गई। 6 जिहड़ियां लाशां ने वो बरामद हो चुकियां ने और एक दी भाल जारी है। गोताखोर बुलाए गए सी, गोताखोरां ने उन्हां दियां लाशां बरामद कीतियां ने। ये तस्वीरां असीं उत्थों दिखा रहे हां, ये लाइव तस्वीरां ने मौके दियां जिस जगह ते ये घटना वापरी है उस जगह दियां लाइव तस्वीरां ने कि की माहौल है, किस तरीके नाल ये देखा जा सकता है। एक पहाड़ी एरिया है और पहाड़ी एरिए दे नाल नाल जिहड़ी है गोबिंद सागर झील चलदी है। ऊना डिस्ट्रिक्ट जिहड़ी है उत्थे गोबिंद सागर झील है और उत्थे अक्सर कई बार जिहड़े सैलानी ने वो आउंदे ने, रुकते ने, फोटोआं खिचाउंदे ने, सैल्फियां खिचाउंदे ने, उस तो बाद अगे लंघ जाते हैं। पर यह नौजवान उत्थे रुके तो उस तो बाद नहाउण दे लई इस झील दे विच उतर गए जिथे ये दर्दनाक हादसा वापर गया। मोहाली दे बनूड़ इलाके दे ये रहन वाले सी। अमित शर्मा एक बारी फिर रुक करते हैं, असीं साडे सहयोगी जुड़ रहे ने ग्राउंड जीरो तो अमित अभी आप तस्वीरें जो दिखा सकते हैं, क्या वहां का माहौल है और अपडेट चाहेंगे एक बार फिर से? बिल्कुल, आपको बताना चाहूंगा कि ऊना जिला के गोविंद सागर झील में जो गरीबनाथ मंदिर के समीप गोविंद सागर झील है वहां पर एक दर्दनाक हादसा जो है वो यहाँ पर पेश आया है और यहाँ पर 7 युवक जो मोहाली के बनूड़ के रहने वाले थे वो डूब गए। आपको बता दें कि 11 युवक जो बनूड़ मोहाली के रहने वाले हैं और यहाँ पर बाबा बालकनाथ माथा टेकने के लिए आए थे और यहाँ पर हादसे का शिकार हो गए। ये सभी 11 युवक जो है वो पानी में नहाने के लिए उतरे थे, लेकिन उसी समय 7 युवक
जो है वो पानी में डूब गए, जबकि 4 युवक जो है वो सुरक्षित वापस आ गए। आपको हम गोविंद सागर झील की तस्वीरें जो है वो इस समय दिखा रहे हैं। यहाँ पर यह बड़ा हादसा जो है वो पेश आया। आपको बता दें कि तुरंत हरकत में आते हुए जिला प्रशासन और आपदा प्रबंधन टीम ने जो है वो यहाँ पर पहुंच की और यहाँ पर राहत बचाव कार्य किए। हालांकि वो 7 युवक जो है वो मृत्यु का ग्रास बन चुके थे, उनको जो है वो बचाया नहीं जा सका और यहाँ पर 7 युवकों की जो है वो मौत हुई है और उनके शवों को जो है वो अब निकाल लिया गया है प्रशासन द्वारा और उनके शवों को अब पोस्टमार्टम के लिए क्षेत्रीय अस्पताल ऊना भेजा जाएगा, जहाँ उसके बाद उनके परिजनों को सुपुर्द उनके शव जो है वो कर दिए जाएंगे। जी, सभी के शव निकाल लिए गए हैं, सभी के शव निकाल लिए गए। जी बिल्कुल, आपको बता दूं कि अभी जो 7 के 7 युवक जो हैं उनके सभी के शव निकाल लिए गए थे। आपको बता दें कि ये एक बड़ा दर्दनाक हादसा है। जो सभी युवकों की मौत हुई है उनकी उम्र जो है वो 30 से 35 वर्ष के बीच में थी और एक बड़ा हादसा जो है वो यहाँ पर जिला ऊना के गोविंद सागर झील में पेश आया है। जी विजय, तो अभी जो 4 इनके साथी थे वो कहाँ पे हैं? वो वहां पे हैं, उस जगह पे अभी खड़े हैं? कोई बात कर सकता है अगर? जी बिल्कुल, आपको बता दूं जो उनके 4 साथी थे उनको प्रशासन द्वारा क्षेत्रीय अस्पताल ऊना जो है वो भेज दिया गया था ताकि उनका जो है वो चेकअप करवाया जाए, क्योंकि वो लोग जो है वो काफी डरे और सहमे हुए थे। उनको जो है वो जहां से जो घटना स्थल था वहां से जो है वो शिफ्ट कर दिया गया है। आपको बता दें कि अभी भी लोगों का तांता जो है वो यहाँ पर लगा हुआ है। हालांकि यहाँ से शव जो है वो निकाल लिए गए हैं प्रशासन द्वारा और उनको जो है वो अभी गाड़ी में जो है वो लेकर क्षेत्रीय अस्पताल ऊना जाया जा रहा है और यहाँ पर विभिन्न विभागों की टीमें, प्रशासन और पुलिस जो है वो सभी यहाँ पर मौजूद है। जी, तो एक बात और जानना चाहेंगे अमित, आमतौर पर बहुत से, जैसे आपने बताया कि मंदिर है साथ में, जाहिर सी बात है बहुत सारे जो सैलानी है वो यहाँ आते होंगे, माथा टेकते होंगे, तो क्या यहाँ पे कोई वार्निंग बोर्ड, कोई ऐसी सूचना, ऐसी जानकारी नहीं लिखी है कि ये पानी जो है वो गहरा है, इस तरफ ना जाएं, कोई नहाने की कोशिश ना करे? कुछ ऐसे वार्निंग बोर्ड नहीं है? जी बिल्कुल, आपको बताना चाहूंगा कि यहाँ पर बकायदा जो चेतावनी बोर्ड है जो प्रशासन द्वारा लगाए गए हैं, लेकिन उन चेतावनी बोर्डों की उल्लंघना करते हुए जो लोग हैं वो लगातार यहाँ पर पानी में उतरते हैं और मौत का ग्रास बनते हैं। कई हादसे जो हैं वो यहाँ पर हो चुके हैं। आपको बता दें कि जिला प्रशासन की ओर से एसडीएम ऊना जोगराज जो है वो यहाँ पर मौजूद हैं, तो हम उनसे बात कर लेते हैं। जोगराज जी, बड़ा हादसा यहाँ पर पेश आया है, एक क्या कहना चाहेंगे? जी, बड़ी दुख घटना है ये लगभग 4 बजे के करीब ये बच्चे जैसे टूर पे आए थे यहाँ पे और यहाँ नहाने उतर गए हैं, जैसा कि इनके साथियों ने बताया। तो एक लड़का ऑल ऑफ अ सडन, शायद ये तो होता ही है झील में, अंतर की ओर खिंचाव होता है पानी का हमेशा ही, तो जैसे एक बच्चा अंदर की ओर जाने लगा तो बाकियों ने चेन बना के इसको कोशिश की कि इसको खींच लिया जाए, जो मुझे बताया गया है उनके साथियों द्वारा, लेकिन वो सारे ही इसी चैनल में अंदर चले गए और टूट गए। एजेंट साहब, अक्सर जो है जो इंसानों पर जो है वो हादसे होते हैं, तो प्रशासन द्वारा क्या कुछ कदम जो है वो उठाए जा रहे हैं ऐसे हादसों को रोकने के लिए? देखिए, ऐसे हादसों को रोकने के लिए आप गोविंद सागर लेक का आप एक तो डायमीटर पहले समझिए, कितने ही घाट हैं, कहाँ गवर्नमेंट रोक लगाएगी। एक चेतावनी बोर्ड जो है हर जगह, यहाँ पे भी आई थिंक एक नहीं 5-7 होंगे, हर जगह लगे हैं, लेकिन बच्चे ध्यान नहीं देते हैं या जो टूरिस्ट आते हैं वो इस ओर कोई ध्यान नहीं देते हैं। और नंबर 2, यदि बच्चे ही आए हैं तो माँ बाप का भी फर्ज बनता है कि उन्हें अकेले ना भेजें इस टाइम से। इनके साथ आई थिंक एक मैच्योर एक ही आदमी था, वो भी डूब गया है 35 ईयर से। बाकी सारे ही ये जो 6 बच्चे हैं, 7वां वो था, और जो 6 बच्चे हैं 14 से लेके 19 साल के बीच हैं, छोटे बच्चे हैं। तो मेरा सभी से अनुरोध, विशेषकर जो टूरिस्ट यहाँ पे विजिट करते हैं या झील के अलोंग साइड जैसे जाते हैं या यहाँ थोड़ी देर के लिए आराम करने के लिए बैठ जाते हैं, सबसे अनुरोध है कि कम से कम झील का जो किनारा है उससे 20 फुट तो दूर रहें, बिल्कुल दूर रहें, क्योंकि यदि उनकी अपनी सोच ऐसी है कि मैंने अपना बचाव करना है तो अंदर से आनी चाहिए आवाज। ठीक है, अब यहाँ पे कुछ हम प्रोटेक्शन भी लगा दें, वो सामने जो सेकंड किनारा है वो वहां से आ जाएंगे। मतलब ये है कि जब तक वो खुद अवेयर नहीं होंगे इन चीजों से, तब तक ये घटना जो है ना एज इट इज मतलब
दुखद घटनाएं ये होती रहती हैं। बिल्कुल आपको बताना चाहूंगा कि जिस तरह से एसडीएम बंगाना जो है वो लगातार बता रहे थे कि जो युवकों की मौत हुई है उनमें से एक 35 वर्षीय था, जबकि जो बाकी हैं उनकी आयु जो है वो 14 से 20 वर्ष के बीच है और सभी के शवों को हालांकि निकाल लिया गया है। वहीं एसडीएम ने खुद बताया कि यहाँ पर चेतावनी बोर्ड जो है वो प्रशासन द्वारा लगाए गए हैं, लेकिन लोग सैलानी जो यहाँ पर आते हैं अक्सर उन चेतावनी बोर्डों को इग्नोर करते हुए पानी में उतरते हैं और मौत का ग्रास बनते हैं। जी, तो ये थोड़ा सा लोकेशन समझनी चाहेंगे अमित के, जब इधर से आते हैं पंजाब की तरफ से हिमाचल में एंट्री करते हैं तो कौन सा रूट है जिस जगह से जाया जाता है और एग्जैक्ट ये जगह कहां पर है, कितनी दूरी पर अगर हम? जी बिल्कुल आपको बताना चाहूंगा कि अगर हम चंडीगढ़ से आते हैं तो सबसे पहले पंजाब का नंगल जो है, नंगल से ये थाना कला वाला रोड जो है वो लिया जाता है और थाना कला वाले रोड पर अंदरोली गांव है। यहाँ पर ये मंदिर जो आप सामने मंदिर देख सकते हैं, ये गरीबनाथ का मंदिर है। ये मंदिर यहाँ पर स्थित है और गोविंद सागर झील के बिल्कुल किनारे पे ये मंदिर जो है वो स्थित है। जब बरसातों में पानी ज्यादा हो जाता है तो ये मंदिर भी जो है वो पानी के बीच में घिर जाता है और इसी लोकेशन पर ज्यादातर सैलानी जो है वो पंजाब, हरियाणा सहित अन्य राज्यों से आते हैं और जो चेतावनी बोर्ड हैं, जानने हैं, सभी को इग्नोर करते हुए पानी में उतरते हैं और इस तरह की दुर्घटनाएं जो हैं उनका शिकार हो जाते हैं। जी, तो अमित क्या अभी आपको यहाँ पे कोई चेतावनी बोर्ड नजर आ रहा है, अगर आप देख पाए या दिखा सके? जी मैं आपको बताना चाहूंगा कि जो सामने आप मंदिर देख रहे हैं उस मंदिर के पास चेतावनी बोर्ड लगाया गया है और जो बाहर मेन रोड से नीचे तट की ओर रास्ता आता है उस मेन रोड पर भी चेतावनी बोर्ड जो है वो प्रशासन द्वारा लगाया गया है, लेकिन जो झील के बिल्कुल किनारे पर फिलहाल कोई भी चेतावनी बोर्ड जो है वो नहीं लगाया गया है। तो ये मेन सड़क से थोड़ा हटके है, साइड पे है ये जगह जहां पे हादसा हुआ है? जी बिल्कुल, जो मेन सड़क जो भाखड़ा से सड़क थाना कला के लिए जाती है उससे हार्डली 300 मीटर नीचे उतरकर ये तट है, अंदरोली तट, जो वहां पर ये हादसा जो है वो पेश आया है। जी, तो अभी क्या प्रोसेस है आगे की? जो बॉडीज जो है उसको हॉस्पिटल ले जाया गया है, तो अब क्या पोस्टमार्टम करने के बाद वो परिवार को दे दी जाएंगी? जी बिल्कुल, आपको बता दें कि सभी 7 शवों को जो है वो क्षेत्रीय अस्पताल ऊना ले जाया गया है। यहाँ पर इन सभी शवों का पोस्टमार्टम किया जाएगा और पोस्टमार्टम करने के बाद जो है वो सभी शव जो है वो परिजनों के सुपुर्द कर दिए जाएंगे। जी, तो अभी किसी से जो उनके साथ जो नौजवान थे, जो युवक थे, क्या उनमें से किसी से बात हो पाई है अमित? किसी ने कुछ बताया कि एग्जैक्टली? जी बिल्कुल, आपको बता दें कि जो उनके साथ युवक थे हालांकि उनको जो है वो यहाँ से शिफ्ट कर दी। जी बिल्कुल, आपको बता दें कि जो वो 4 थे वो अभी बिल्कुल नदी के तट पर, झील के तट पर ही थे, वो ज्यादा अंदर नहीं गए थे। एक युवक जो है वो काफी आगे चला गया था 7 युवकों के साथ और जब वो डूबने लगा तो बाकी 6 ने जो है उसको बचाने का प्रयास किया और उसके साथ जो है वो 6 युवक भी पानी में डूब गए। जी तस्वीरां ਅਸੀਂ ਲਾਈਵ ਦਿਖਾ ਰਹੇ ਹਾਂ ਇਸ ਵੇਲੇ ਗੋਬਿੰਦ ਸਾਗਰ ਝੀਲ ਦੀਆਂ, ਜਿੱਥੇ ਇਹ ਹਾਦਸਾ ਵਾਪਰਿਆ ਹੈ। ਇਹ ਉਹ ਕਿਨਾਰਾ ਹੈ ਜਿੱਥੇ ਸਾਡੇ ਸਹਿਯੋਗੀ ਅਮਿਤ ਸ਼ਰਮਾ ਜਾਣਕਾਰੀ ਦੇ ਰਹੇ ਨੇ ਕਿ ਹਾਦਸਾ ਵਾਪਰਿਆ ਹੈ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਬਨੂੜ ਇਲਾਕੇ ਦੇ ਰਹਿਣ ਵਾਲੇ ਸੀ 11 ਨੌਜਵਾਨ। ਸਾਰਿਆਂ ਦੀ ਉਮਰ 14 ਤੋਂ 19 ਸਾਲ ਦੀ ਹੈ। ਇੱਕ ਵਿਅਕਤੀ ਜਿਹੜਾ ਉਹਨਾਂ ਦੇ ਵਿੱਚੋਂ 35-36 ਸਾਲ ਦੀ ਉਮਰ ਦਾ ਸੀ ਔਰ ਉਸ ਦੀ ਵੀ ਡੁੱਬਣ ਦੇ ਨਾਲ ਮੌਤ ਹੋ ਗਈ। 7 ਨੌਜਵਾਨ ਡੂੰਘੇ ਪਾਣੀ 'ਚ ਉਤਰੇ ਸੀ ਔਰ ਇੱਕ ਜਦੋਂ ਡੁੱਬਣ ਲੱਗਿਆ ਤਾਂ 6 ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਔਰ ਉਸ ਨੂੰ ਬਚਾਉਣ ਦੀ ਕੋਸ਼ਿਸ਼ ਦੇ ਚੱਲਦੇ ਉਹ 6 ਵੀ ਉਸ ਪਾਣੀ ਦੇ ਵਿੱਚ ਰੁੜ ਗਏ। ਸੋ 7 ਦੀਆਂ ਜਿਹੜੀਆਂ ਲਾਸ਼ਾਂ ਨੇ ਉਹ ਬਰਾਮਦ ਕਰ ਲਈਆਂ ਗਈਆਂ ਨੇ। ਗੋਤਾਖੋਰ ਲੱਗੇ ਸੀ, ਗੋਤਾਖੋਰਾਂ ਵੱਲੋਂ ਲਾਸ਼ਾਂ ਕੱਢ ਲਈਆਂ ਗਈਆਂ ਨੇ ਝੀਲ ਦੇ ਵਿੱਚੋਂ ਔਰ ਉਹਨਾਂ ਨੂੰ ਪੋਸਟਮਾਰਟਮ ਦੇ ਲਈ ਲਿਜਾਇਆ ਗਿਆ ਹੈ ਉੱਥੋਂ ਦੇ ਸਥਾਨਕ ਸਰਕਾਰੀ ਹਸਪਤਾਲ ਦੇ ਵਿੱਚ। ਸੋ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ। ਐਡਮਿਨਿਸਟ੍ਰੇਸ਼ਨ ਦੇ ਅਧਿਕਾਰੀ ਨੇ ਜਿਹੜੇ ਉੱਥੋਂ ਦੇ ਐਸਡੀਐਮ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਔਰ ਮੌਕੇ ਤੇ ਬਹੁਤ ਸਾਰੇ ਲੋਕ ਉੱਥੇ ਇਕੱਠੇ ਹੋਏ ਨੇ ਜਿੱਥੇ ਇਹ ਹਾਦਸਾ ਵਾਪਰਿਆ ਹੈ। ਇਹ ਮੰਦਭਾਗਾ, ਇਹ ਦਰਦਨਾਕ ਹਾਦਸਾ ਪੰਜਾਬ ਦੇ ਨੌਜਵਾਨ
ਹਿਮਾਚਲ ਘੁੰਮਣ ਜਾਂਦੇ ਨੇ ਤੇ ਗੋਬਿੰਦ ਸਾਗਰ ਝੀਲ ਦੇ ਵਿੱਚ ਨਹਾਉਣ ਦੇ ਲਈ ਰੁਕਦੇ ਨੇ ਔਰ ਉੱਥੇ ਡੁੱਬਣ ਨਾਲ 7 ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ। 4 ਦੀ ਕਿਸਮਤ ਚੰਗੀ ਸੀ, 4 ਹਲੇ ਕਿਨਾਰੇ ਤੇ ਸੀ, ਉਹ ਜ਼ਿਆਦਾ ਡੂੰਘੇ ਪਾਣੀ 'ਚ ਨਹੀਂ ਗਏ ਤਾਂ ਉਹ ਫਟਾਫਟ 4 ਜਿਹੜੇ ਸੀ ਉਹ ਬਾਹਰ ਆ ਗਏ, ਪਰ ਬਾਕੀ ਦੇ ਜਿਹੜੇ 7 ਸੀ ਉਹ ਪਾਣੀ ਦੇ ਵਿੱਚ ਰੁੜ ਗਏ ਔਰ 7 ਦੀ ਮੌਤ ਹੋ ਗਈ ਹੈ। 7 ਦੀਆਂ ਜਿਹੜੀਆਂ ਬੋਡੀਜ਼ ਨੇ, ਡੈੱਡ ਬੋਡੀਜ਼ ਨੇ, ਉਹ ਰਿਕਵਰ ਕਰ ਲਈਆਂ ਗਈਆਂ ਨੇ। ਗੋਤਾਖੋਰ ਬੁਲਾਏ ਗਏ, ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚੇ, ਰੈਸਕਿਊ ਆਪਰੇਸ਼ਨ ਚਲਾਇਆ ਗਿਆ ਔਰ 7 ਦੀਆਂ ਲਾਸ਼ਾਂ ਬਰਾਮਦ ਕਰਕੇ ਹੁਣ ਉਹਨਾਂ ਨੂੰ ਪੋਸਟਮਾਰਟਮ ਦੇ ਲਈ ਸਥਾਨਕ ਸਿਵਲ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਹੈ। ਸੋ ਹਿਮਾਚਲ ਦੇ ਵਿੱਚ ਬੇहद ਦਰਦਨਾਕ ਹਾਦਸਾ ਵਾਪਰਿਆ ਹੈ। ਪੰਜਾਬ ਦੇ 7 ਨੌਜਵਾਨਾਂ ਦੀ ਮੌਤ ਹੋਈ ਹੈ ਹਿਮਾਚਲ ਦੇ ਵਿੱਚ, ਨਹਾਉਣ ਦੇ ਲਈ ਝੀਲ ਦੇ ਵਿੱਚ ਉਤਰੇ ਸੀ। ਹਾਲਾਂਕਿ ਉਹਨਾਂ ਦੇ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਸੀ ਕਿ ਉਹਨਾਂ ਦੀ ਜਾਨ ਬਚ ਸਕੇ ਜਾਂ ਸਹੀ ਸਲਾਮਤ ਉਹਨਾਂ ਦਾ ਪਤਾ ਲੱਗ ਸਕੇ, ਪਰ ਐਸਾ ਨਹੀਂ ਹੋ ਸਕਿਆ ਔਰ ਕੁਝ ਹੀ ਦੇਰ ਦੇ ਵਿੱਚ ਉਹਨਾਂ ਸਾਰਿਆਂ ਦੀਆਂ ਲਾਸ਼ਾਂ ਜਿਹੜੀਆਂ ਸੀ ਉਹ ਕੱਢ ਲਈਆਂ ਗਈਆਂ ਗੋਤਾਖੋਰ ਬੁਲਾ ਕੇ। ਔਰ ਸਵਾਲ ਕਈ ਸਾਰੇ ਇੱਥੇ ਖੜੇ ਹੋਏ ਨੇ। ਵਿਰੋਧੀ ਪਾਰਟੀਆਂ ਜਿਹੜੀਆਂ ਨੇ ਹਿਮਾਚਲ ਦੇ ਵਿੱਚ, ਕਾਂਗਰਸ ਪਾਰਟੀ ਵੱਲੋਂ ਸਵਾਲ ਚੱਕੇ ਗਏ ਨੇ ਮੌਜੂਦਾ ਸਰਕਾਰ ਤੇ ਕਿ ਵਾਰਨਿੰਗ ਬੋਰਡ ਜਿਹੜੇ ਨੇ, ਚੇਤਾਵਨੀ ਬੋਰਡ, ਉਹ ਕਿਉਂ ਨਹੀਂ ਲਗਾਏ ਗਏ ਜਗ੍ਹਾ ਜਗ੍ਹਾ, ਜਦੋਂ ਕਿ ਸੈਲਾਨੀ ਆਉਂਦੇ ਨੇ ਜੋ ਇਸ ਇਲਾਕੇ ਬਾਰੇ ਜਾਣਕਾਰੀ ਨਹੀਂ ਰੱਖਦੇ, ਜਿਨ੍ਹਾਂ ਨੂੰ ਨਹੀਂ ਪਤਾ ਕਿ ਇਹ ਪਾਣੀ ਇੱਥੇ ਐਡਾ ਡੂੰਘਾ ਹੈ, ਇੱਥੇ ਕੋਈ ਹਾਦਸਾ ਵਾਪਰ ਸਕਦਾ ਹੈ। ਸੋ ਉਹਨਾਂ ਦੀ ਜਾਣਕਾਰੀ ਦੇ ਲਈ ਜਿਹੜੇ ਬੋਰਡ ਲਾਉਣੇ ਲਾਜ਼ਮੀ ਨੇ, ਪਰ ਜ਼ਿਆਦਾ ਇੱਥੇ ਬੋਰਡ ਨਹੀਂ ਲੱਗੇ। ਸਿਰਫ ਇੱਕ ਮੰਦਿਰ ਹੈ, ਗਰੀਬਨਾਥ ਮੰਦਿਰ, ਜਿੱਥੇ ਸੈਲਾਨੀ ਆਉਂਦੇ ਨੇ, ਰੁਕਦੇ ਨੇ, ਸ਼ਰਧਾਲੂ ਮੱਥਾ ਟੇਕਦੇ ਨੇ ਔਰ ਉੱਥੇ ਫਿਰ ਪਾਣੀ ਜਿਹੜੀ ਝੀਲ ਹੈ ਉੱਥੇ ਉਤਰਨ ਦੀ ਕੋਸ਼ਿਸ਼ ਕਰਦੇ ਨੇ, ਪਰ ਉੱਥੇ ਸਾਈਨ ਬੋਰਡ ਲੱਗੇ ਨੇ, ਚੇਤਾਵਨੀ ਬੋਰਡ ਲੱਗੇ ਨੇ, ਇਸ ਕਰਕੇ ਮੰਦਿਰ ਦੇ ਨੇੜੇ ਲੋਕ ਪਾਣੀ ਦੇ ਵਿੱਚ ਨਹੀਂ ਜਾਂਦੇ। ਪਰ ਇਹ ਜਿਹੜਾ ਇਲਾਕਾ ਸੀ ਇਹ ਥੋੜਾ ਜਿਹਾ ਮੰਦਿਰ ਤੋਂ ਹਟ ਕੇ ਸੀ, ਸਾਈਡ ਤੇ ਸੀ। ਸੋ ਇਸ ਇਲਾਕੇ ਦੇ ਵਿੱਚ ਅਸੀਂ ਗੂਗਲ ਮੈਪ ਦੇ ਜ਼ਰੀਏ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਇਲਾਕਾ ਹੈ ਇੱਥੇ ਇਸ ਜਗ੍ਹਾ ਤੇ ਇਹ ਜਿਹੜਾ ਹਾਦਸਾ ਹੈ ਇਹ ਵਾਪਰਿਆ ਹੈ। ਇੱਥੇ ਮੰਦਿਰ ਹੈ, ਇਹ ਜਿਹੜਾ ਬਲਿੰਕ ਕਰ ਰਿਹਾ ਇਹ ਜਗ੍ਹਾ ਹੈ, ਇਹ ਮੰਦਿਰ ਹੈ ਔਰ ਉਸ ਮੰਦਿਰ ਦੇ ਬਿਲਕੁਲ ਨਾਲ ਇਹ ਝੀਲ ਪੈਂਦੀ ਹੈ। ਕਾਫੀ ਲੰਮਾ ਏਰੀਆ ਹੈ, ਪਰ ਕਿਉਂਕਿ ਪਹਾੜੀ ਇਲਾਕਾ ਹੈ, ਪਹਾੜੀ ਇਲਾਕੇ ਦੇ ਵਿੱਚ ਬਹੁਤ ਲੰਬਾ ਡਿਸਟੈਂਸ ਹੈ ਜਿੱਥੋਂ ਇਹ ਝੀਲ ਲੰਘਦੀ ਹੈ। ਬਹੁਤ ਲੰਮਾ ਏਰੀਆ ਹੈ, ਇਲਾਕਾ ਹੈ ਜਿੱਥੋਂ ਇਹ ਝੀਲ ਲੰਘਦੀ ਹੈ ਔਰ ਇੱਥੇ ਹੀ ਇਹ ਨੌਜਵਾਨ ਜਿਹੜਾ ਹੈ ਇੱਕ ਕਿਨਾਰੇ ਤੋਂ ਝੀਲ ਦੇ ਵਿੱਚ ਉਤਰੇ ਸੀ ਪਾਣੀ ਦੇ ਵਿੱਚ ਔਰ ਉੱਥੇ ਉਹਨਾਂ ਚੋਂ ਇੱਕ ਵਿਅਕਤੀ ਜਿਹੜਾ ਡੂੰਘੇ ਪਾਣੀ ਦੇ ਵਿੱਚ ਚਲਾ ਗਿਆ ਔਰ ਉਸ ਡੂੰਘੇ ਪਾਣੀ 'ਚ ਜਾਣ ਨਾਲ ਉਹ ਵਿਅਕਤੀ ਜਦੋਂ ਡੁੱਬਣ ਲੱਗਿਆ ਤਾਂ ਬਾਕੀ ਦੇ ਜਿਹੜੇ 6 ਨੌਜਵਾਨ ਸੀ ਉਹਨਾਂ ਨੇ ਚੇਨ ਬਣਾਈ, ਹੱਥ ਫੜ ਕੇ ਇੱਕ ਦੂਸਰੇ ਦਾ ਔਰ ਕੱਢਣ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਸਾਡਾ ਸਾਥੀ ਹੈ ਉਸ ਨੂੰ ਬਚਾਇਆ ਜਾ ਸਕੇ, ਪਰ ਉਸ ਵੇਲੇ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਔਰ ਇਸ ਕੋਸ਼ਿਸ਼ ਦੇ ਵਿੱਚ ਬਾਕੀ ਵੀ ਜਿਹੜੇ ਸਾਰੇ ਸੀ ਉਹ ਇਸ ਪਾਣੀ ਦੇ ਵਿੱਚ ਰੁੜ ਗਏ ਤੇ ਉਹਨਾਂ ਦੀ ਮੌਤ ਹੋ ਗਈ। ਸੋ 7 ਨੌਜਵਾਨਾਂ ਦੀ ਮੌਤ ਹੋਈ ਹੈ ਹਿਮਾਚਲ ਦੇ ਊਨਾ ਡਿਸਟ੍ਰਿਕਟ ਦੇ ਜਿਹੜਾ ਗੋਬਿੰਦ ਸਾਗਰ ਝੀਲ ਹੈ ਉਸ ਦੇ ਵਿੱਚ ਡੁੱਬਣ ਦੀ ਵਜ੍ਹਾ ਨਾਲ ਦੀ ਨਾਲ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਔਰ ਕੁਝ ਸਮੇਂ ਦੇ ਵਿੱਚ ਹੀ ਉਹਨਾਂ ਦੀਆਂ ਜਿਹੜੀਆਂ ਲਾਸ਼ਾਂ ਸੀ ਉਹਨਾਂ ਨੂੰ ਕੱਢ ਲਿਆ ਗਿਆ। 4 ਨੌਜਵਾਨ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ। ਉਹ ਬੇहद ਡਰੇ ਹੋਏ ਨੇ, ਬੇहद ਘਬਰਾਏ ਹੋਏ ਨੇ, ਕਿਸੇ ਨਾਲ ਕੋਈ ਗੱਲ ਨਹੀਂ ਕਰ ਪਾ ਰਹੇ ਕਿਉਂਕਿ ਸਭ ਦੀ ਉਮਰ ਛੋਟੀ ਹੈ। ਸਾਰੇ 14 ਤੋਂ 19-20 ਸਾਲ ਤੱਕ ਦੀ ਉਮਰ ਦੇ ਸੀ। ਇੱਕ ਵਿਅਕਤੀ 35-36 ਸਾਲ ਦੀ ਉਮਰ ਦਾ ਸੀ, ਉਸ ਦੀ ਵੀ ਮੌਤ ਹੋ ਚੁੱਕੀ ਹੈ ਇਸ ਦਰਦਨਾਕ ਹਾਦਸੇ ਦੇ ਵਿੱਚ। ਸੋ ਬਾਕੀ ਨੌਜਵਾਨ ਜਿਹੜੇ ਨੇ ਉਹ 4 ਨੌਜਵਾਨ ਵੀ ਉਸੇ ਹਸਪਤਾਲ ਦੇ ਵਿੱਚ ਉੱਥੇ ਉਹਨਾਂ ਨੂੰ ਲਿਜਾਇਆ ਗਿਆ। ਹਾਲਾਂਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਚੋਟ ਨਹੀਂ ਲੱਗੀ ਹੈ, ਪਰ ਉਹ ਮਾਨਸਿਕ ਤੌਰ ਤੇ ਬੜੇ ਡਰ ਗਏ ਨੇ, ਬੜੇ ਘਬਰਾ ਗਏ ਨੇ, ਬੜੇ ਡਿਸਟਰਬ ਨੇ। ਸੋ ਇਸ ਕਰਕੇ ਉੱਥੇ ਉਹਨਾਂ ਨੂੰ ਵੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਔਰ 7 ਨੌਜਵਾਨ ਜਿਨ੍ਹਾਂ ਦੀਆਂ ਡੈੱਡ ਬੋਡੀਜ਼ ਰਿਕਵਰ ਹੋਈਆਂ ਨੇ ਉਹਨਾਂ ਨੂੰ ਪੋਸਟਮਾਰਟਮ ਦੇ ਲਈ ਡੈੱਡ ਬੋਡੀਜ਼ ਨੂੰ ਉੱਥੋਂ ਦੇ ਸਿਵਲ ਹਸਪਤਾਲ ਦੇ ਵਿੱਚ ਰੱਖਿਆ ਗਿਆ ਹੈ। ਸੋ ਇਹ ਅਸੀਂ ਗ੍ਰਾਫਿਕਸ ਦੇ ਜ਼ਰੀਏ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉੱਪਰੋਂ ਇਹ ਇਲਾਕਾ ਕਿਵੇਂ ਦਾ ਨਜ਼ਰ ਆਉਂਦਾ ਹੈ। ਚਾਰੇ ਪਾਸੇ ਪਹਾੜੀਆਂ ਨੇ ਔਰ ਪਹਾੜੀਆਂ ਦੇ ਵਿਚਕਾਰੋਂ ਇਹ ਗੋਬਿੰਦ ਸਾਗਰ ਝੀਲ ਜਿਹੜੀ ਹੈ ਨਿਕਲਦੀ ਹੈ। ਪੰਜਾਬ ਦੇ ਵਿੱਚ ਰੋਪੜ ਨੰਗਲ ਸਾਈਡ ਤੋਂ ਜਦੋਂ ਐਂਟਰੀ ਕਰਦੇ ਆ ਤਾਂ ਅੱਗੇ ਊਨਾ ਦਾ ਇਲਾਕਾ ਆਉਂਦਾ ਹੈ ਔਰ ਊਨਾ ਦੇ ਇਲਾਕੇ ਦੇ ਵਿੱਚ ਇਹ ਗੋਬਿੰਦ ਸਾਗਰ ਝੀਲ ਹੈ, ਉੱਥੋਂ ਲੰਘਦੀ ਹੈ। ਬਹੁਤ ਡੂੰਘਾ ਪਾਣੀ ਹੁੰਦਾ ਹੈ ਔਰ ਜਿਹੜਾ ਵੀ ਵਿਅਕਤੀ ਹਿਮਾਚਲ ਦਾ ਉੱਥੋਂ ਦਾ ਰਹਿਣ ਵਾਲਾ ਹੈ ਉਹ ਸਾਰੇ ਜਾਣਦੇ ਨੇ ਕਿ ਇਹ ਇਲਾਕਾ ਖਤਰਨਾਕ ਹੈ, ਇਸ ਕਰਕੇ ਇੱਥੇ ਨਹਾਉਣਾ ਜਾਂ ਇਸ ਤਰੀਕੇ ਨਾਲ ਜਾਣਾ ਮਨਾ ਹੈ। ਪਰ ਫਿਰ ਵੀ ਕਈ ਸੈਲਾਨੀ ਉੱਥੇ ਜਾਂਦੇ ਨੇ ਔਰ ਅੱਜ ਜਿਸ ਤਰੀਕੇ ਨਾਲ ਇਹ ਦਰਦਨਾਕ ਹਾਦਸਾ ਵਾਪਰ ਗਿਆ।